ਗੁਰਾਂ ਦਾ ਦਰਸ਼ਨ ਪਾਇਆ, 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 ਨਾਮ ਦਾ ਦਰਸ਼ਨ ਪਾਇਆ, ਨਾਮ ਦਾ ਦਰਸ਼ਨ ਪਾਇਆ। ਉਹ ਧਰਤੀ ਭਾਗਾਂ ਵਾਲੀ ਹੈ, ਧਰਤੀ ਭਾਗਾਂ ਵਾਲੀ ਹੈ, ਧਰਤੀ ਭਾਗਾਂ ਵਾਲੀ ਹੈ, ਓ ਧਰਤੀ ਭਾਗਾਂ ਵਾਲੀ ਹੈ, ਓ ਧਰਤੀ ਭਾਗਾਂ ਵਾਲੀ ਹੈ, ਓ ਧਰਤੀ ਭਾਗਾਂ ਵਾਲੀ ਹੈ, ਉਹ ਧਰਤੀ ਭਾਗਾਂ ਵਾਲੀ, ਧਰਤੀ ਭਾਗਾਂ ਵਾਲੀ ਹੈ, ਓ 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 ਧਰਤੀ ਭਾਗਾਂ ਵਾਲੀ ਹੈ। ਬਾਬਾ ਜੀ ਦਾ ਆਗਮ ਆਇਆ, ਦਿਨ ਬੜ ਭਾਗੀ ਆਇਆ, ਦਿਨ ਬੜ ਭਾਗੀ ਆਇਆ, ਦਿਨ ਬੜ ਭਾਗੀ ਆਇਆ, ਦਿਨ ਵਡ 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 ਭਾਗੀ ਆਇਆ। ਭਲੇ ਦਿਨ ਭਲੇ ਸੰਜੋਗ, ਜਿਤ ਭੇਟੇ ਪਾਰ ਬ੍ਰਹਮ ਨਿਰਜੋਗ, ਬੜ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਉਹ ਬੜ ਭਾਗੀ ਹਨ, ਉਹ ਵੱਡੇ ਭਾਗਾਂ ਵਾਲੇ ਹਨ, ਜਿਹੜੇ ਸੰਸਾਰ ਤੇ ਆ ਕੇ ਐਸੇ ਸਤਿਪੁਰਸ਼ਾਂ ਤੋਂ ਉਪਦੇਸ਼ ਲੈ ਕੇ, ਗਿਆਨ ਲੈ ਕੇ ਪਰਮੇਸ਼ਰ ਦਾ ਨਾਮ ਜਪਦੇ ਹਨ। ਸੋ ਉਹ ਵੱਡੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਐਸੇ ਸੁਭਾਗੇ ਸਮੇਂ ਪ੍ਰਾਪਤ ਹੁੰਦੇ ਹਨ। ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਾਉਣ ਦਾ ਸੁਭਾਗ, ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸੋਏ ਆਏ। ਉਹ ਭਲੇ ਦਿਨ ਹੁੰਦੇ ਹਨ। ਸਾਧ ਸੰਗਤ ਜੀ, 108 ਸੰਤ ਬਾਬਾ ਚਮਨਦਾਸ ਮਹਾਰਾਜ ਆਪ ਜੀ ਨੇ ਸਰਵਣ ਕੀਤਾ ਹੈ ਕਿ ਐਸੇ ਸਤਿਪੁਰਸ਼ਾਂ ਦਾ ਜਿਸ ਥਾਂ ਆਉਣਾ ਹੁੰਦਾ ਹੈ, ਅਵਤਾਰ ਧਾਰਦੇ ਨੇ, ਜਨਮ ਧਾਰਦੇ ਨੇ, ਪ੍ਰਕਾਸ਼ ਹੁੰਦਾ ਹੈ, ਅਨੇਕਾਂ ਪ੍ਰਕਾਰ ਦੇ ਨਾਲ ਸ਼ਬਦਾਵਲੀ ਵਰਤੀ ਜਾਂਦੀ ਹੈ ਸਤਿਕਾਰ ਵਜੋਂ। ਸੋ ਸਾਧ ਸੰਗਤ ਜੀ, ਉਹ ਧਰਤੀ ਵੀ ਭਾਗਾਂ ਵਾਲੀ ਹੁੰਦੀ ਹੈ। ਸਾਧ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਾਨੀ, ਜਿਨ ਗੁਰੂ ਜਣਿਆ ਮਾਏ। ਬਾਬਾ ਫਰੀਦ ਜੀ ਕਹਿੰਦੇ ਹਨ, ਤਿੰਨ ਧੰਨ ਜਨੇਂਦੀ ਮਾਓ, ਆਏ ਸਫਲ ਸੇ। ਉਹਨਾਂ ਨੂੰ ਧੰਨ ਪੰਚਮ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਸੁਖਮਨੀ ਸਾਹਿਬ, ਬਹੁਤ ਸਾਰੇ ਮਾਈ ਭਾਈ ਗੁਰਸਿੱਖ ਪਿਆਰੇ ਸਹਿਜਧਾਰੀ ਵੀ ਪੜ੍ਹਦੇ ਨੇ। ਇਸ ਗੁਰਬਾਣੀ ਨੂੰ ਇਤਿਹਾਸ ਪੜ੍ਹੀਏ ਤਾਂ ਸਾਧ ਸੰਗਤ ਜੀ, ਇਸਲਾਮ ਮਤ ਵਾਲੇ, ਜਿਨ੍ਹਾਂ ਨੂੰ ਇਸਲਾਮ ਮਤ 'ਚ ਪੀਰ ਮੰਨਿਆ ਜਾਂਦਾ, ਸਤਿਕਾਰ ਹੁੰਦਾ, ਮੀਆਂ ਮੀਰ ਜੀ ਵੀ ਪੜ੍ਹਦੇ ਰਹੇ। ਉਹ ਕਹਿੰਦੇ ਜੋ ਆਨੰਦ ਗੁਰਬਾਣੀ ਵਿੱਚੋਂ ਪ੍ਰਾਪਤ ਹੁੰਦਾ ਹੈ, ਉਹ ਹੋਰ ਕਿਤੋਂ ਪ੍ਰਾਪਤ ਨਹੀਂ ਹੁੰਦਾ ਹੈ। ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਬਿਰਲੇ ਕਿਨੈ ਚਖ ਡੀਠੀ। ਕਬੀਰ ਸਾਹਿਬ ਮਹਾਰਾਜ ਕਹਿੰਦੇ, ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿਨ ਜਾਣਿਆ।
ਅਲੌਤੀ ਕਹਿੰਦੇ ਨੇ ਸਾਧ ਸੰਗਤ ਜੀ ਮਿਸ਼ਰੀ ਨੂੰ। ਮਿਸ਼ਰੀ ਨੂੰ ਕਹਿੰਦੇ ਕਿਸੇ ਪਾਸਿਓਂ ਵੀ ਚਖੀਏ ਜਾਂ ਉਸ ਨੂੰ ਘੋਲ ਕੇ ਪੀਣਾ ਕਰੀਏ, ਉਸ ਦੀ ਮਿਠਾਸ ਪ੍ਰਾਪਤ ਹੁੰਦੀ ਹੈ। ਐਸੇ ਗੁਰਬਾਣੀ ਇਤਨੀ ਪਿਆਰ, ਇਤਨਾ ਗਿਆਨ ਬਖਸ਼ਿਸ਼ ਕਰਦੀ ਹੈ। ਦਾਸ ਤੋਂ ਪਹਿਲਾਂ ਗੁਰਮੁਖ ਪਿਆਰੇ ਰਾਗੀ ਸਿੰਘਾਂ ਨੇ, ਭਾਵੇਂ ਕਿ ਸਾਰੀ ਗੁਰਬਾਣੀ ਗੁਰੂ ਭਗਤਾਂ ਨੇ, ਗੁਰੂ ਸਾਹਿਬਾਨ ਨੇ, ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਕਿਤ ਹੈ, ਸਾਰੀ ਰਾਗਾਂ ਵਿੱਚ ਹੈ। ਪਰ ਮਹਾਂਪੁਰਖਾਂ ਨੇ ਆਪ ਜੀ ਜੋ ਸਿਆਣੇ ਬਜ਼ੁਰਗ ਬੈਠੇ ਨੇ, ਜਿਨ੍ਹਾਂ ਦਾ ਪਵਿੱਤਰ ਅਸਥਾਨ ਜਿੱਥੇ ਬੈਠ ਕੇ ਜਿਨ੍ਹਾਂ ਨੇ ਤਪ ਕੀਤਾ, 108 ਸ਼੍ਰੀਮਾਨ ਸੰਤ ਬਾਬਾ ਗੋਬਿੰਦ ਦਾਸ ਮਹਾਰਾਜ ਜਦੋਂ ਦੀਵਾਨ ਸਜਾਉਂਦੇ, ਸਿੱਧੀਆਂ ਧਾਰਨਾ ਔਰ 12 ਪੌੜੀਆਂ ਪੜ੍ਹਦੇ ਤਾਂ ਜਿਤਨੀ ਸੰਗਤ ਹੁੰਦੀ ਸੀ ਉਹ ਮੰਤਰ ਮੁਗਧ ਹੋ ਜਾਇਆ ਕਰਦੀ ਸੀ। ਸਾਧ ਸੰਗਤ ਜੀ, ਬਾਣੀ ਗੁਰਬਾਣੀ ਉਹੀ ਹੈ ਜਿਹੜਾ ਗੁਰਬਾਣੀ ਸੁਣਾਉਣ ਵਾਲਾ ਭਜਨੀਕ ਹੁੰਦਾ ਹੈ, ਉਸ ਦੀ ਜੇਵਾ ਤੋਂ ਬਾਣੀ ਗਾਈ ਦਾ ਰਸ ਹੋਰ ਹੁੰਦਾ ਹੈ। ਜਿਸ ਗੁਰਬਾਣੀ ਨੂੰ ਆਮ ਜਗਿਆਸੂ ਵੀ ਗਾਉਂਦੇ ਨੇ, ਉਸ ਦਾ ਰਸ ਹੋਰ ਹੁੰਦਾ ਹੈ। ਪਰ ਪ੍ਰਾਪਤ ਕਿਹਨਾਂ ਨੂੰ ਹੁੰਦਾ ਹੈ? ਜਿਨ੍ਹਾਂ ਨੂੰ ਸੋਝੀ ਹੁੰਦੀ ਹੈ। ਸੋ ਸਾਧ ਸੰਗਤ ਜੀ, ਗੁਰਬਾਣੀ ਵਿੱਚ ਪਾਤਸ਼ਾਹ ਜੀ ਕਹਿੰਦੇ ਸਮਝਣੋਂ ਬਿਰਲਾ ਜਨ ਹੈ। ਬਿਰਲਾ ਜਨ ਹੀ ਇਹ ਗਿਆਨ ਦੀਆਂ ਬਾਤਾਂ ਨੂੰ ਸਮਝਦਾ ਹੈ। ਸੋ ਜਿੱਥੇ ਬੈਠ ਕੇ ਮਹਾਂਪੁਰਖਾਂ ਨੇ ਤਪ ਕੀਤਾ, ਅੱਜ ਉੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿਦੇਸ਼ਾਂ ਵਿੱਚ ਬੈਠ ਕੇ ਵੀ ਅਰਦਾਸਾਂ ਕਰਦੀਆਂ ਨੇ, ਉਹ ਵੀ ਪੂਰੀਆਂ ਹੋ ਜਾਂਦੀਆਂ ਨੇ। ਕਿਸ ਵਾਸਤੇ ਪੂਰੀਆਂ ਹੋ ਜਾਂਦੀਆਂ ਨੇ? ਗੁਰਬਾਣੀ ਵਿੱਚ ਪਾਤਸ਼ਾਹ ਜੀ ਇਹ ਪਹਿਲਾਂ ਲਿਖ ਗਏ ਹਨ। ਥੋੜ੍ਹੀ ਜਿਹੀ ਆਵਾਜ਼ ਕਰ ਦੇ ਕਰਕੇ। ਜਿੱਥੇ ਵੈਸਨ ਸਾਧ ਜਨ ਸੋ ਥਾਨ ਸੁਹੰਦਾ, ਹਾਂ ਜਿੱਥੇ ਵੈਸਨ ਸਾਧ ਜਨ ਸੋ ਥਾਨ ਸੁਹੰਦਾ, ਜਿੱਥੇ ਵੈਸਨ ਸਾਧ ਜਨ ਸੋ ਥਾਨ ਸੁਹੰਦਾ। ਓਏ ਸੇਵਨ ਸਮਰੱਥ ਆਪਣਾ, ਬਿਨ ਸੇ ਸਭ ਮੰਦਾ, ਬਿਨ ਸੇ ਸਭ ਮੰਦਾ। ਸੇਵਨ ਸਮਰੱਥ ਆਪਣਾ, ਬਿਨ ਸੇ ਸਭ ਮੰਦਾ। ਓ ਸੇਵਨ ਸਮਰੱਥ ਆਪਣਾ, ਬਿਨ ਸੇ ਸਭ ਮੰਦਾ। ਪਤਿ ਉਦਾਹਰਣ ਭਾਰ ਬ੍ਰਹਮ ਸੰਤ ਵੇਦ ਕਹੰਦਾ, ਵੇਦ ਕਹੰਦਾ। ਪਤਿ ਉਦਾਹਰਣ ਭਾਰ ਬ੍ਰਹਮ ਸੰਤ 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 ਵੇਦ ਕਹੰਦਾ। ਭਗਤ ਵਛਲ ਤੇਰਾ ਬਿਰਦ ਹੈ, ਜੁਗ ਜੁਗ ਵਰਤੰਦਾ। ਭਗਤ ਵਛਲ ਤੇਰਾ ਬਿਰਦ ਹੈ, ਜੁਗ ਜੁਗ ਵਰਤੰਦਾ।
ਨਾਨਕ ਜਪ ਏਕ ਨਾਮ ਮਨ ਤਨ ਪਾਵੰਦਾ। ਨਾਨਕ ਜਪ ਏਕ ਨਾਮ ਮਨ ਤਨ ਪਾਵੰਦਾ। ਇਹੋ ਪਾਤਸ਼ਾਹ ਜੀ ਕਹਿੰਦੇ ਜਿੱਥੇ ਵੈਸੋਂ ਸਾਧ ਜਾਣ। ਜੇ ਸਾਧੂਆਂ ਦਾ ਪ੍ਰਮਾਣ ਵਿਚਾਰ ਬਾਣੀ ਦਾ ਗੈਨ ਆਪ ਜੀ ਸਰਵਣ ਕਰ ਰਹੇ ਸੀ। ਸਾਧੂ ਬਿਨ ਨਾਹੀ ਦਰਬਾਰ, ਘੋੜ ਬਿਨਾ ਕੈਸੇ ਅਸਵਾਰ, ਜੈਸੇ ਬਾਜੇ ਬਿਨ ਨਹੀਂ ਲੀਜੈ ਫੇਰੀ। ਇਹ ਸਾਧ ਸੰਗਤ ਜੀ ਸਾਰੇ ਦੁਨਿਆਵੀ ਪ੍ਰਮਾਣ ਦੇ ਕੇ ਕਬੀਰ ਸਾਹਿਬ ਮਹਾਰਾਜ ਨੇ ਇਹ ਸ਼ਬਦ ਵਿੱਚ ਜੋ ਆਪ ਜੀ ਨੇ ਸਰਵਣ ਕੀਤਾ, ਰਾਗੀ ਸਿੰਘਾਂ ਨੇ ਗਾਇਨ ਕੀਤਾ ਸੀ, ਇਹ ਦਰਸਾਇਆ ਕਿ ਸਾਧੂ ਤੋਂ ਬਿਨਾਂ ਇਹ ਸੰਸਾਰ ਭਵਜਲ ਨੂੰ ਤਰਨਾ ਬੜਾ ਮੁਸ਼ਕਲ ਹੈ। ਕਿਉਂਕਿ ਦੁਨਿਆਵੀ ਵਿੱਦਿਆ ਪੜ੍ਹਦੇ ਹਾਂ ਸਾਧ ਸੰਗਤ ਜੀ, ਪੜ੍ਹੇ ਲਿਖੇ ਸੱਜਣ ਬੈਠੇ ਹੋ, ਚਾਹੇ ਪ੍ਰਾਈਵੇਟ ਵੀ ਪੜ੍ਹਦੇ ਆ, ਫਿਰ ਵੀ ਉਸ ਦੇ ਪੇਪਰ ਹੁੰਦੇ ਹਨ। ਟੀਚਰ ਪਾਸ ਜਾਣਾ ਪੈਂਦਾ ਹੈ, ਇਮਤਿਹਾਨ ਹੁੰਦਾ ਹੈ। ਜਿਹੜੇ ਟੀਚਰ ਦੇ ਰਾਹੀਂ ਪੜ੍ਹਦੇ ਹਨ ਆਪ ਮਿਹਨਤ ਕਰਦੇ ਹਨ। ਮਿਹਨਤ ਕਰਨੀ ਜ਼ਰੂਰੀ ਹੈ। ਗੁਰਮਤਿ ਵਿੱਚ, ਗੁਰੂ ਘਰ ਵਿੱਚ ਜੋ ਗੁਰ ਅਸਥਾਨ ਹਨ ਉਹਨਾਂ ਵਿੱਚ ਸਾਧ ਸੰਗਤ ਦੀ ਮਿਹਨਤ ਕੀ ਹੈ? ਆਪਣੇ ਮੁਰਸ਼ਦ, ਆਪਣੇ ਗੁਰੂ ਗੁਰਦੇਵ ਦਾ ਹੁਕਮ ਮੰਨਣਾ। ਜਿਹੜੇ ਹੁਕਮ ਵਿੱਚ ਰਹਿੰਦੇ ਹਨ ਉਹਨਾਂ ਨੂੰ ਸਾਰੀਆਂ ਪਦਵੀਆਂ ਪ੍ਰਾਪਤ ਹੋ ਜਾਂਦੀਆਂ ਹਨ। ਜੈਸੇ ਕਿ ਆਪਾਂ ਦੁਨਿਆਵੀ ਤੌਰ 'ਤੇ ਲਾਈਏ ਗ੍ਰਸਥ ਜੀਵਨ ਵਾਲੇ ਹਾਂ। ਗ੍ਰਸਥ ਜੀਵਨ ਵਿੱਚ ਜਿਹੜੇ ਬੱਚੇ ਪੁੱਤਰ ਧੀਆਂ ਲਾਇਕ ਹੁੰਦੇ ਹਨ ਉਹਨਾਂ ਦੇ ਕੋਲੋਂ ਮਾਂ-ਬਾਪ ਕੁਝ ਵੀ ਲੁਕਾ ਕੇ ਨਹੀਂ ਰੱਖਦਾ ਹੈ। ਸਾਧ ਸੰਗਤ ਜੀ, ਮਾਂ-ਬਾਪ ਨੂੰ ਕੋਈ ਵੀ ਆਪਣਾ ਜਿਹੜਾ ਪੁੱਤਰ ਧੀ ਹੈ ਦੁਪਿਆਰਾ ਨਹੀਂ ਹੁੰਦਾ ਹੈ, ਪਿਆਰੇ ਹੁੰਦੇ ਹਨ। ਪਰ ਸਾਧ ਸੰਗਤ ਜੀ ਕਈ ਵਾਰ ਐਸਾ ਸਮਾਂ ਵੀ ਆ ਜਾਂਦਾ ਹੈ ਜਿਹੜੇ ਕਿ ਪੁੱਤਰ ਧੀਆਂ ਨੂੰ ਸਾਧ ਜੀ ਉਹ ਮਾਤਾ ਪਿਤਾ ਆਪਣੇ ਤੋਂ ਦੂਰ ਕਰ ਦਿੰਦੇ ਨੇ, ਲਿਖ ਦਿੰਦੇ ਨੇ ਕਿ ਇਸ ਦੇ ਨਾਲ ਕੋਈ ਲੈਣ ਦੇਣ ਨਹੀਂ ਕਰਨਾ, ਇਹ ਸਾਡਾ ਕੁਝ ਨਹੀਂ ਲੱਗਦਾ ਹੈ। ਕਿਉਂ ਕਹਿੰਦੇ ਨੇ ਜਿਹੜੇ ਨਸ਼ਿਆਂ ਦੇ ਆਦੀ ਹੋ ਜਾਂਦੇ ਨੇ, ਜਿਹੜੇ ਗੁਨਾਹਗਾਰ ਹੋ ਜਾਂਦੇ ਹਨ, ਜਿਹੜੇ ਆਪਣੇ ਮਾਤਾ ਪਿਤਾ ਤੋਂ ਬੇਮੁਖ ਹੋ ਜਾਂਦੇ ਹਨ, ਐਸੇ ਹੀ ਆਪਣੇ ਮਾਤਾ ਪਿਤਾ ਅਕਾਲ ਪੁਰਖ ਵਾਹਿਗੁਰੂ ਗੁਰੂ ਹੈ, ਗੁਰਦੇਵ ਹਨ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧੁ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭ ਨਹੀਂ ਥਾਈ, ਤਾਂ ਭਉ ਕਿਹਾ ਕਾੜਾ ਜੀ। ਸੋ ਸਾਧ ਸੰਗਤ ਜੀ, ਇਸੇ ਵਾਸਤੇ ਹੀ ਕਬੀਰ ਸਾਹਿਬ ਮਹਾਰਾਜ ਨੂੰ ਲਿਖਣਾ ਪਿਆ, ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਵਿਵੇਕੋ। ਭਾਈ ਜਿਹੜੇ ਸਾਧੂ ਹੁੰਦੇ ਹਨ, ਸਾਧੂ ਕੀ ਜੋ ਲੈ ਓਟ, ਤੇਰੇ ਮਿਟੇ ਪਾਪ ਸਭ ਕੋਟ ਕੋਟ। ਸਤਿਗੁਰੂ ਰਵਿਦਾਸ ਮਹਾਰਾਜ ਜੀ ਆਂਦੇ ਸਾਧ ਸੰਗਤ ਜੀ 40 ਸ਼ਬਦ ਹਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਵੱਖੋ ਵੱਖਰੇ ਰਾਗਾਂ ਦੇ ਵਿੱਚ। ਸੋ ਉਹਨਾਂ ਨੂੰ ਪੜ੍ਹੀਏ। ਉਹਨਾਂ ਦੀਆਂ 2 ਪੰਕਤੀਆਂ ਇਹ ਆਪਾਂ ਅਮਲ ਕਰ ਲਈਏ, ਆਪਣੇ ਜੀਵਨ ਦੇ ਵਿੱਚ ਅਮਲ ਵਿੱਚ ਲੈ ਆਈਏ। ਉਹ ਪੰਕਤੀਆਂ ਕੀ ਹਨ? ਹਰਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸਤ ਭਾਖੈ ਰਵਿਦਾਸ। ਸੋ ਸਾਧ ਸੰਗਤ ਜੀ, ਉਹਨਾਂ ਨੇ ਇੱਕੋ ਗੱਲ ਵਿੱਚ ਬਿਆਨ ਕਰ ਦਿੱਤਾ, ਗੱਲ ਮੁਕਾ ਦਿੱਤੀ। ਭਾਈ ਜਿਹੜੇ ਪਰਮੇਸ਼ਰ ਤੋਂ ਬੇਮੁਖ ਹੋ ਜਾਂਦੇ ਹਨ, ਜਿਹੜੇ ਪਰਮੇਸ਼ਰ ਤੋਂ ਮੁਨਕਰ ਹੋ ਜਾਂਦੇ ਹਨ, ਜਿਹੜੇ ਕਹਿੰਦੇ ਹਨ ਆਹ ਜਗ ਮਿੱਠਾ ਅਗਲਾ ਕਿਨ ਡਿੱਠਾ, ਉਹਨਾਂ ਨੂੰ ਸਾਧ ਸੰਗਤ ਜੀ ਕਹਿੰਦੇ ਜਮਾਂ ਦੀ ਫਾਹੀ ਦੇ ਵਿੱਚ ਪੈਣਾ ਪੈ ਜਾਂਦਾ ਹੈ। ਕਬੀਰ ਸਾਹਿਬ ਮਹਾਰਾਜ ਕਹਿੰਦੇ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਫਿਰ ਕੀ ਹੋਇਆ? ਕਹਿੰਦੇ ਏਕ ਜੋ ਸਾਧੂ ਮੋਹੇ ਮਿਲਿਓ। ਕੈਸਾ ਸਾਧੂ? 108 ਸੰਤ ਬਾਬਾ ਗੋਬਿੰਦ ਦਾਸ ਮਹਾਰਾਜ ਜੀਆਂ ਵਰਗੇ ਤਪੀ ਤਪੀਸਰ, ਗਿਆਨ ਦੇਣ ਵਾਲੇ,
ਪੂਰਨ ਭਜਨੀਕ ਰਸ ਭਿੰਨਾ ਕੀਰਤਨ ਕਰਨ ਵਾਲੇ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕਰ ਲਈ, ਫਿਰ ਉਹਨਾਂ ਦਾ ਹੀ ਰੂਪ ਹੋ ਜਾਂਦੇ ਹਨ। ਸੋ ਸਾਧ ਸੰਗਤ ਜੀ, ਇਸੇ ਵਾਸਤੇ ਗੁਰਬਾਣੀ ਵਿੱਚ ਪਾਤਸ਼ਾਹ ਜੀ ਕਹਿੰਦੇ ਹਨ ਕਿ ਨਾਨਕ ਗੁਰ ਤੇ ਗੁਰ ਹੋਇਆ, ਵੇਖੋ ਤਿਸ ਕੀ ਰਜਾਏ। ਅਨੇਕਾਂ ਪ੍ਰਮਾਣ ਗੁਰਬਾਣੀ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਆਓ ਇਹ ਕਬੀਰ ਸਾਹਿਬ ਮਹਾਰਾਜ ਜੀਆਂ ਦੇ ਸ਼ਬਦ ਦੇ ਨਾਲ ਧਾਰਨਾ ਪੜ੍ਹ ਕੇ 10-15 ਮਿੰਟ ਬਾਕੀ ਨੇ, ਫਿਰ ਤੋਂ ਸੁਬੁੱਧੀ ਅਨੁਸਾਰ ਵਿਚਾਰ ਕਰਕੇ ਸਮਾਪਤੀ ਕਰਾਂਗੇ। ਪਿਆਰ ਸਤਿਕਾਰ ਦੇ ਨਾਲ ਸਾਰੇ ਬੋਲਿਓ। ਪਿਆਰੇ ਸੰਤ ਰਾਮ ਹਨ ਏਕੋ, ਸਾਧੂਆਂ ਨੂੰ ਮਤ ਨਿੰਦਿਓ। ਸੰਤ ਰਾਮ ਹਨ ਏਕੋ, ਸਾਧੂਆਂ ਨੂੰ ਮਤ ਨਿੰਦਿਓ। ਸੰਤ ਰਾਮ ਹੈ ਕੋ, ਸਾਧੂਆਂ ਨੂੰ ਮਤ ਨਿੰਦਿਓ। ਪਿਆਰੇ ਸੰਤ ਰਾਮ ਹੈ ਕੋ, ਸਾਧੂਆਂ ਨੂੰ ਮਤ ਨਿੰਦਿਓ। ਪਿਆਰੇ ਸੰਤ ਰਾਮ ਹੈ ਕੋ, ਸਾਧੂਆਂ ਨੂੰ ਮਤ ਨਿੰਦਿਓ। ਪਿਆਰੇ ਸੰਤ ਰਾਮ ਹੈ ਕੋ, ਸਾਧੂਆਂ ਨੂੰ ਮਤ ਨਿੰਦਿਓ। ਸਾਧੂਆਂ ਨੂੰ ਜੀ 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 ਮਤ ਨਿੰਦਿਓ। ਸੰਤ ਰਾਮ ਹੈ ਏਕੋ, ਸਾਧੂਆਂ ਨੂੰ ਮਤ ਨਿੰਦਿਓ। ਸੰਤ ਰਾਮ ਹਨ ਏਕੋ, ਸਾਧੂਆਂ ਨੂੰ ਮਤ ਨਿੰਦਿਓ। ਪਿਆਰੇ ਸੰਤ ਰਾਮ ਹੈ ਕੋ, ਸਾਧੂਆਂ ਨੂੰ ਮਤ ਨਿੰਦਿਓ। ਪਿਆਰੇ ਸੰਤ ਰਾਮ ਹੈ ਕੋ, ਸਾਧੂਆਂ ਨੂੰ ਮਤ ਨਿੰਦਿਓ। ਸੰਤ ਰਾਮ ਹੈ ਕੋ, ਸਾਧੂਆਂ ਨੂੰ ਮਤ ਨਿੰਦਿਓ। ਪਿਆਰੇ ਸੰਤ ਰਾਮ ਹੈ ਕੋ, ਸਾਧੂਆਂ ਨੂੰ ਮਤ ਨਿੰਦਿਓ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਕੋ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਗਾ ਜਾਓ ਵਿਵੇਕੋ। ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਦਰਨਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸਾਧ ਸੰਗਤ ਜੀ, ਜਾ ਕਾ ਕਹਿਆ ਦਰਗਹਿ ਚੱਲੈ, ਸੋ ਕਿਉ ਨਦਰ ਲੈ ਆਵੈ ਤੱਲੈ। ਗੁਰਬਾਣੀ ਵਿੱਚ ਅਨੇਕਾਂ ਪ੍ਰਮਾਣ ਨੇ, ਸਮਾਂ ਨਹੀਂ ਇਤਨੀ ਵਿਚਾਰ ਕਰਨ ਦਾ। ਸਾਧੂਆਂ ਦੇ ਮਨ ਵਿੱਚ ਫੁਰਨਾ ਆਇਆ, ਐਸੇ ਮਹਾਂਪੁਰਖਾਂ ਦੇ ਜਿਨ੍ਹਾਂ ਦੇ ਆਪਾਂ ਅਸਥਾਨ 'ਤੇ ਬੈਠੇ ਹਾਂ। ਉਹ ਸਭ ਕੁਝ ਕਰ ਸਕਦੇ ਨੇ। ਸਾਧ ਸੰਗਤ ਜੀ, ਤਾੜਨਾ ਵੀ ਧਰਮ ਰਾਜ ਤੱਕ ਕਰਦਿਆ ਕਰਦੇ ਹਨ, ਜਮਰਾਜਾਂ ਨੂੰ ਵੀ ਘੂਰ ਦਿੰਦੇ ਹਨ। ਇਹ ਸਾਧੂਆਂ ਵਿੱਚ ਤਾਕਤ ਹੁੰਦੀ ਹੈ। ਗੁਰਬਾਣੀ ਪੜ੍ਹੀਏ, ਵਿਚਾਰ ਕਰੀਏ ਤਾਂ ਪਤਾ ਲੱਗਦਾ ਹੈ। ਉਹਨਾਂ ਦੇ ਮਨ ਵਿੱਚ ਵਿਚਾਰ ਆਇਆ, ਫੁਰਨਾ ਆਇਆ ਕਿ ਧਰਮ ਰਾਜ ਨੂੰ ਡਿਊਟੀ ਲਗਾਈ ਹੈ ਕਿ ਤੈਂ ਹਿਸਾਬ ਕਿਤਾਬ ਕਰਨਾ ਹੈ, ਸੱਚ ਦਾ ਨਿਬੇੜਾ ਕਰਨਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਬਖ ਕੱਢੇ ਜਿਜ ਮਾਲਿਆ। ਧਰਮ ਰਾਜ ਨੂੰ ਤਲਬ ਕਰ ਲਿਆ ਮਹਾਂਪੁਰਖਾਂ ਨੇ। ਇਹ ਧਰਮ ਰਾਜ
ਕਿ ਤੂੰ ਸੱਚ ਧਰਮ ਦਾ ਇਨਸਾਫ ਕਰਦਾ ਹੈ, ਤੇਰੀ ਡਿਊਟੀ ਕੀ ਲਗਾਈ ਹੈ ਤੈਨੂੰ ਪਤਾ ਹੈ। ਧਰਮਰਾਜ ਨੇ ਬੜਾ ਸਤਿਕਾਰ ਕੀਤਾ। ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪਨੀਤ। ਸਤਿਕਾਰ ਕੀਤਾ, ਨਮਸਕਾਰ ਕੀਤੀ। ਮਹਾਰਾਜ ਮੇਰੇ ਲਈ ਕੀ ਹੁਕਮ ਹੈ? ਮਹਾਂਪੁਰਖ ਕਹਿੰਦੇ ਤੇਰੇ ਲਈ ਹੁਕਮ ਇਹ ਹੈ, ਅਸੀਂ ਤੈਨੂੰ ਪੁੱਛਣਾ ਚਾਹੁੰਦੇ ਹਾਂ ਜੋ ਸਾਡੇ ਮਨ ਵਿੱਚ ਵਿਚਾਰ ਆਈ। ਭਾਵੇਂ ਸਾਧ ਸੰਗਤ ਜੀ ਸਾਧੂਆਂ ਨੂੰ ਸਾਰਾ ਹੀ ਪਤਾ ਹੁੰਦਾ ਹੈ। ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਜਿਹੜੇ ਮਹਾਂਪੁਰਖ ਹੁੰਦੇ ਨੇ ਹਜ਼ਾਰਾਂ ਸੰਗਤ ਉਹਨਾਂ ਦੇ ਚਰਨਾਂ ਵਿੱਚ ਬੈਠੀ ਹੁੰਦੀ ਹੈ। ਸੋ ਸਾਧ ਸੰਗਤ ਜੀ ਜੈਸਾ ਕਿ 108 ਸੰਤ ਬਾਬਾ ਪਰਮ ਪੂਜਨੀਕ 108 ਗੋਬਿੰਦ ਦਾਸ ਮਹਾਰਾਜ ਜਦੋਂ ਦੀਵਾਨ ਸਜਾਉਂਦੇ, ਵਿਚਾਰ ਸੁਣਾਉਂਦੇ, ਅਨੇਕਾਂ ਸੰਗਤਾਂ ਦਰਸ਼ਨ ਕਰਦੀਆਂ, ਬਚਨ ਸਰਵਣ ਕਰਦੀਆਂ, ਉਹ ਸਰਬ ਸਾਂਝਾ ਉਪਦੇਸ਼ ਕਰਿਆ ਕਰਦੇ, ਸਭਨਾਂ ਦੇ ਦਿਲਾਂ ਦੀਆਂ ਜਾਣਿਆ ਕਰਦੇ, ਸਭਨਾਂ ਦੇ ਸਵਾਲਾਂ ਦੇ ਜਵਾਬ ਸਤ ਸੰਗ ਵਿੱਚ ਹੀ ਦੇ ਦਿਆ ਕਰਦੇ। ਸਾਧ ਸੰਗਤ ਜੀ ਐਸੇ ਮਹਾਂਪੁਰਖ ਸਾਰਿਆਂ ਨੂੰ ਗਿਆਨ ਦੇਣ ਵਾਸਤੇ ਕਈ ਵਾਰੀ ਮਹਾਂਪੁਰਖਾਂ ਨੂੰ ਮਨੁੱਖੀ ਨਾਟਕ ਕਰਨਾ ਪੈਂਦਾ ਹੈ। ਸੋ ਉਸ ਸਮੇਂ ਜਾਣਦੇ ਹੋਏ ਵੀ ਸਵਾਲ ਕਰ ਦਿੱਤਾ ਧਰਮਰਾਜ ਨੂੰ। ਕਹਿੰਦੇ ਹੇ ਧਰਮਰਾਜ, ਜਿਹੜੇ ਅਚਨਚੇਤ ਪਾਪ ਹੁੰਦੇ ਨੇ, ਇਨਸਾਨ ਨੂੰ ਪਤਾ ਵੀ ਨਹੀਂ ਹੁੰਦਾ ਹੈ ਕਿ ਮੇਰੇ ਕੋਲੋਂ ਪਾਪ ਹੋ ਗਿਆ, ਜਿਸ ਨੂੰ 9ਵੇਂ ਪਾਤਸ਼ਾਹ ਮਹਾਰਾਜ ਨੇ ਵੀ ਆਖਿਆ ਹੈ, ਨਰ ਅਚੇਤ ਪਾਪ ਤੇ ਡਰ ਰੇ। ਉਹ ਜਿਹੜਾ ਅਚਨਚੇਤ ਪਾਪ ਹੁੰਦਾ ਹੈ ਧਰਮਰਾਜ, ਉਸ ਦਾ ਹਿਸਾਬ ਕਿਸ ਨੂੰ ਤੂੰ ਦਿੰਦਾ ਹੈ, ਕਿਸ ਨੂੰ ਭੁਗਤਾਨ ਕਰਦਾ ਹੈ? ਕਿਉਂਕਿ ਉਹ ਤਾਂ ਅਚਨਚੇਤ ਹੁੰਦਾ ਹੈ, ਕੋਈ ਪਤਾ ਨਹੀਂ ਹੁੰਦਾ ਇਨਸਾਨ ਨੂੰ ਮੇਰੇ ਕੋਲੋਂ ਇਹ ਪਾਪ ਹੋਇਆ ਹੈ। ਗੁਰਬਾਣੀ ਵਿੱਚ ਪਾਤਸ਼ਾਹ ਜੀ ਕਹਿੰਦੇ ਹਨ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਅੰਨ ਦੇ ਵਿੱਚ ਵੀ ਜੀ ਹੁੰਦੇ ਨੇ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ, ਔਰ ਅਨੇਕਾਂ ਜੀਵ ਜਦੋਂ ਆਪਾਂ ਤੁਰਦੇ ਹਾਂ ਪਿਛਲੇ ਸਮਿਆਂ ਵਿੱਚ ਪੈਦਲ ਹੀ ਜ਼ਿਆਦਾ ਜਾਇਆ ਕਰਦੇ ਸਨ। ਅਨੇਕਾਂ ਜੀਵ ਜੰਤੂ ਕੀੜੇ ਮਕੌੜੇ ਪੈਰਾਂ ਥੱਲੇ ਆ ਕੇ ਜੋ ਨਜ਼ਰ ਵਿੱਚ ਨਹੀਂ ਆਉਂਦੇ, ਸਿਆਣਾ ਬੰਦਾ ਪੈਰ ਦੇਖ ਕੇ ਟਿਕਾ ਕੇ ਜਾਂਦਾ ਹੈ, ਪਰ ਫਿਰ ਵੀ ਸਾਧ ਸੰਗਤ ਜੀ ਕਈ ਐਸੇ ਕੀੜੇ ਮਕੌੜੇ ਹੁੰਦੇ ਨੇ ਜੀਵ ਜੰਤ ਜਿਹੜੇ ਨਜ਼ਰ ਨਹੀਂ ਆਉਂਦੇ, ਪੈਰ ਥੱਲੇ ਆ ਕੇ ਵੀ ਉਹ ਮਰ ਜਾਂਦੇ ਨੇ। ਉਹ ਅਚਨਚੇਤ ਪਾਪ ਹੈ। ਅਤੇ ਗੋਹੇ ਵਿੱਚ, ਲੱਕੜੀ ਵਿੱਚ ਅਤੇ ਅੰਨ ਦਾਣੇ ਵਿੱਚ ਵੀ ਕੀੜੇ ਨੇ। ਇਹ ਧਰਮਰਾਜ, ਉਹਨਾਂ ਦਾ ਹਿਸਾਬ ਤੂੰ ਕਿਹਨੂੰ ਚੁਕਾਉਂਦਾ ਹੈ, ਕਿਸ ਨੂੰ ਭੁਗਤਾਨ ਕਰਦਾ ਹੈ? ਉਸ ਸਮੇਂ ਧਰਮਰਾਜ ਨੇ ਹੱਥ ਜੋੜੇ, ਮਹਾਂਪੁਰਖੋ ਜਾਣਦੇ ਤੁਸੀਂ ਸਭ ਕੁਝ ਹੋ, ਪਰ ਉਹਨਾਂ ਦਾ ਭੁਗਤਾਨ ਜਿਹੜੇ ਨਿੰਦਕ ਲੋਕ ਨੇ ਨਾ, ਜਿਹੜੇ ਬਿਨਾਂ ਦੇਖੇ ਹੀ ਨਿੰਦਿਆ ਕਰੀ ਜਾਂਦੇ ਨੇ, ਉਹਦਾ ਭੁਗਤਾਨ, ਉਹ ਪਾਪਾਂ ਦਾ ਜੋ ਫਲ ਹੁੰਦਾ ਹੈ, ਉਹਨਾਂ ਨੂੰ ਮੈਂ ਦਿੰਦਾ ਹਾਂ, ਭੁਗਤਾਉਂਦਾ ਹਾਂ। ਮਹਾਂਪੁਰਖਾਂ ਨੇ ਸ਼ਾਬਾਸ਼ ਦਿੱਤੀ। ਇਸ ਤੋਂ ਸੰਕੇਤ, ਆਦੇਸ਼, ਉਪਦੇਸ਼ ਆਪਾਂ ਨੂੰ ਮਿਲਦਾ ਹੈ ਕਿ ਸਾਧੂਆਂ ਦੀ ਨਿੰਦਾ ਕਦੇ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ। ਕਿਉਂਕਿ ਗੁਰਬਾਣੀ ਪੜ੍ਹੀਏ, ਪਾਤਸ਼ਾਹ ਜੀ ਨੇ ਅਨੇਕਾਂ ਥਾਂ ਫਰਮਾਨ ਕੀਤਾ, ਸਾਧ ਕਾ ਨਿੰਦਕ ਕੈਸੇ ਤਰੈ, ਸਰ ਪਰ ਜਾਨੋ ਨਰਕ ਹੀ ਪਰੈ। ਸੋ ਸਾਧ ਸੰਗਤ ਜੀ ਐਸੇ ਜਿਹੜੇ ਨਿੰਦਕ ਲੋਕ ਹੁੰਦੇ ਹਨ, ਉਹਨਾਂ ਨੂੰ ਫਿਰ ਐਸਾ ਭੁਗਤਾਨ ਕੀਤਾ ਜਾਂਦਾ ਹੈ। ਤਾਂ ਤੇ ਜਿਨ੍ਹਾਂ ਦੇ ਆਪਾਂ ਆਗਮਨ ਦਿਹਾੜੇ ਦੀ ਖੁਸ਼ੀ ਵਿੱਚ ਇਹ ਸਮਾਗਮ 74ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਮੌਜੂਦਾ ਮਹਾਂਪੁਰਖ ਜਿਹੜੇ ਸੇਵਾ ਸਿਮਰਨ ਦੇ ਪੁੰਜ ਹਨ, ਸਦਾ ਹੀ ਉਪਦੇਸ਼ ਕਰਦੇ ਨੇ, ਪਿਆਰ ਸਤਿਕਾਰ ਦੇ ਨਾਲ ਭਾਈ ਸੇਵਾ ਕਰੋ, ਸਿਮਰਨ ਕਰੋ, ਇਹਦੇ ਵਿੱਚ ਹੀ ਸਾਰਾ ਕੁਝ ਪ੍ਰਾਪਤ ਹੈ। ਸੋ ਸਾਧ ਸੰਗਤ ਜੀ, ਉਹ ਐਸੇ ਮਹਾਂਪੁਰਖ ਸਦਾ ਹੀ ਗਿਆਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਉਹਨਾਂ ਦੀ ਨਿੰਦਿਆ ਕਦੇ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਮਹਾਂਪੁਰਖਾਂ ਦਾ ਤਾਂ ਇਹ ਫੈਸਲਾ ਕੀਤਾ ਹੁੰਦਾ ਹੈ, ਮੈਂ ਜਾਣਿਓ ਪੜ੍ਹਵੋ ਭਲੋ,
ਪੜ੍ਹ ਵੀ ਸਿਉ ਭਲ ਜੋਗ, ਕਹਿੰਦੇ ਮੈਂ ਜਾਣਿਆ ਪੜ੍ਹਨ ਵਾਲਾ ਭਲਾ ਹੈ, ਪੜ੍ਹਨ ਵਾਲੇ ਨੂੰ ਜੋਗ ਧਾਰਨ ਕਰ ਲੈਣਾ ਉਹ ਭਲਾ ਹੈ। ਸੋ ਕਹਿੰਦੇ ਮੈਂ ਜਾਣਿਓ ਪੜ੍ਹਵੋ ਭਲੋ, ਪੜ੍ਹ ਵੀ ਸਿਉ ਭਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੈ ਨਿੰਦੋ ਲੋ। ਸਤਿਪੁਰਸ਼ਾਂ ਨੂੰ ਇਸ ਵੱਲ ਕੋਈ ਖਿਆਲ ਨਹੀਂ ਹੁੰਦਾ ਹੈ। ਨੌਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦਾ ਇਹ ਤਿਆਗ ਕੀਤਾ ਹੁੰਦਾ ਜਿਹੜਾ ਪੂਰਨ ਸਤਿਪੁਰਖ ਹੈ। ਉਸਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਣਾ। ਆਓ ਸਾਧ ਸੰਗਤ ਜੀ, ਸਮਾਂ ਸਮਾਪਤੀ ਦੇ ਨੇੜੇ ਹੈ। ਆਪਾਂ ਛੱਕਾ ਪੜ੍ਹ ਕੇ ਸਮਾਪਤੀ ਕਰਨੀ ਹੈ ਅਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ 108 ਸੰਤ ਬਾਬਾ ਚਮਨ ਦਾਸ ਮਹਾਰਾਜ ਜੀਆਂ ਦੇ ਆਗਮਨ ਦਿਹਾੜੇ ਦੀ। ਆਪਾਂ ਨੂੰ ਇੱਥੇ ਆ ਕੇ ਇਹ ਉਪਦੇਸ਼ ਗ੍ਰਹਿਣ ਕਰਨਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਮਹਾਂਪੁਰਖ ਸਦਾ ਹੀ ਖੁਸ਼ ਰਿਹਾ ਕਰਦੇ, ਕਦੇ ਕਿਸੇ ਨੂੰ ਮੰਦਾ ਨਹੀਂ ਕਿਹਾ ਕਰਦੇ ਸਨ, ਔਰ ਪਿਆਰ ਦੇ ਨਾਲ ਸਾਰਿਆਂ ਨੂੰ ਡੀਲ ਕਰਿਆ ਕਰਦੇ, ਮਿਲਿਆ ਕਰਦੇ ਸਾਧ ਸੰਗਤ ਜੀ। ਅਤੇ ਆਪਾਂ ਨੂੰ ਵੀ ਚਾਹੀਦਾ ਨਿੰਦਾ, ਈਰਖਾ, ਵਖੀਲੀ, ਚੁਗਲੀ ਇਹਨਾਂ ਦਾ ਤਿਆਗ ਕਰਕੇ, ਨਸ਼ਿਆਂ ਨੂੰ ਛੱਡ ਕੇ ਗੁਰਬਾਣੀ ਦੇ ਲੜ ਲੱਗੀਏ, ਮਹਾਂਪੁਰਖਾਂ ਦੇ ਉਪਦੇਸ਼ ਬਚਨ ਨੂੰ ਕਮਾਈਏ, ਉਹਨਾਂ ਦੇ ਚਲਾਏ ਹੋਏ ਮਾਰਗ 'ਤੇ ਚੱਲਣ ਦਾ ਹਰ ਸਮੇਂ ਹਰ ਸੰਭਵ ਯਤਨ ਕਰੀਏ ਕਿ ਆਪਣਾ ਵੀ ਆਉਣਾ ਸੰਸਾਰ 'ਤੇ ਸਫਲ ਹੋ ਜਾਵੇ। ਸਾਧ ਸੰਗਤ ਜੀ, ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਐਸੇ ਜਨ ਜਿਨ੍ਹਾਂ ਦੇ ਆਗਮਨ ਦਿਹਾੜੇ ਦੀ ਖੁਸ਼ੀ ਵਿੱਚ ਆਪਾਂ ਬੈਠੇ ਹਾਂ, ਐਸੇ ਜਨ ਬਿਰਲੇ ਸੰਸਾਰੇ, ਆਪ ਤਰੇ ਸੰਗਤ ਕੁਲ ਤਾਰੇ। ਸੋ ਉਹਨਾਂ ਦਾ ਆਉਣਾ ਸੰਸਾਰ 'ਤੇ ਪਾਤਸ਼ਾਹ ਕਹਿੰਦੇ 3 ਸਫਲ ਜਨਮ ਜਗ ਆਇਆ। ਉਹਨਾਂ ਦਾ ਆਉਣਾ ਸੰਸਾਰ 'ਤੇ ਸਫਲ ਹੈ। ਆ ਉਹਨਾਂ ਦੇ ਜਨਮ ਦਿਹਾੜੇ 'ਤੇ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਧਾਰਨਾ ਦੇ ਰੂਪ ਵਿੱਚ ਪੜ੍ਹ ਕੇ ਫਿਰ ਛੱਕਾ ਪੜ੍ਹਿਆ ਜਾਵੇਗਾ। ਫਿਰ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਤੁਛ ਬੁੱਧੀ ਅਨੁਸਾਰ ਆਪਾਂ ਵਿਚਾਰ ਕਰਦੇ ਹਾਂ ਅਤੇ ਸਦਾ ਹੀ ਅਰਦਾਸ ਬੇਨਤੀ ਗੁਰੂ ਚਰਨਾਂ ਵਿੱਚ ਕਰੀਏ। ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਸਭ ਸੰਗਤਾਂ ਨੂੰ ਹੋਣ ਵਧਾਈਆਂ, ਬਾਬਾ ਜੀ ਦੇ ਆਗਮ ਦੀਆਂ। ਸੰਗਤਾਂ ਨੂੰ ਹੋਣ ਵਧਾਈਆਂ, ਬਾਬਾ ਜੀ ਦੇ ਆਗਮਨ ਦੀਆਂ। ਸਭ ਸੰਗਤਾਂ ਨੂੰ ਹੋਣ ਵਧਾਈਆਂ, ਬਾਬਾ ਜੀ ਦੇ ਆਗਮਨ ਦੀਆਂ। ਸਭ ਸੰਗਤਾਂ ਨੂੰ ਹੋਣ ਵਧਾਈਆਂ, ਬਾਬਾ ਜੀ ਦੇ ਆਗਮਨ। ਸਭ ਸੰਗਤਾਂ ਨੂੰ ਹੋਣ ਵਧਾਈਆਂ, ਬਾਬਾ ਜੀ ਦੇ ਆਗਮਨ ਦੀਆਂ। ਸਭ ਸੰਗਤਾਂ ਨੂੰ ਹੋਣ ਵਧਾਈ, ਓ ਬਾਬਾ ਜੀ ਦੇ ਆਗਮਨ ਦੀਆਂ। ਸੰਗਤਾਂ ਨੂੰ ਹੋਣ ਵਧਾਈਆਂ, ਹੋਣ ਵਧਾਈਆਂ, ਦਈਏ ਵਧਾਈਆਂ, ਬਾਬਾ ਜੀ ਦੇ ਆਗਮਨ ਦੀਆਂ। ਸੰਗਤਾਂ ਨੂੰ ਹੋਣ ਵਧਾਈਆਂ, ਬਾਬਾ ਜੀ ਦੇ ਆਗਮਨ ਦੀਆਂ। ਸਭ ਸੰਗਤਾਂ ਨੂੰ ਹੋਣ ਵਧਾਈਆਂ, ਬਾਬਾ ਜੀ ਦੇ ਆਗਮਨ ਦੀਆਂ। ਸਭ ਸੰਗਤਾਂ ਨੂੰ ਹੋਣ ਵਧਾਈਆਂ, ਬਾਬਾ ਜੀ ਦੇ ਆਗਮਨ। ਸਭ ਸੰਗਤਾਂ ਨੂੰ ਹੋਣ ਵਧਾਈਆਂ, ਬਾਬਾ ਜੀ ਦੇ ਆਗਮਨ ਦੀਆਂ। ਸਭ ਸੰਗਤਾਂ ਨੂੰ ਹੋਣ ਵਧਾਈਆਂ, ਬਾਬਾ ਜੀ ਦੇ ਆਗਮਨ ਦੀਆਂ। ਗੁਰ ਸਿੱਖਾਂ ਮਨ ਵਧਾਈਆਂ, ਗੁਰ ਸਿੱਖਾਂ ਮਨ ਵਧਾਈਆਂ। ਜਿਨ ਮੇਰਾ ਸਤ ਗੁਰ ਡਿਠਾ ਰਾਮ ਰਾਜ, ਜਿਨ ਮੇਰਾ ਸਤ
ਕਰ ਗੱਲ ਸੁਣਾਵੇ ਹਰ ਨਾਮ ਕੀ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾ ਮਨ ਮਿੱਠਾ ਮਿੱਠਾ ਸੋ ਲੱਗੇ ਗੁਰ ਸਿੱਖਾ ਮਨ ਮਿੱਠਾ ਮਿੱਠਾ ਹਰ ਦਰ ਗਏ ਗੁਰ ਸਿੱਖ ਪਹਿਨਾਈਏ ਹਰ ਦਰ ਗਏ ਗੁਰ ਸਿੱਖ ਪਹਿਨਾਈਏ ਜਿਨ ਮੇਰਾ ਸਤਿਗੁਰ ਟੂਠਾ ਸਤਿਗੁਰ ਤੁਠਾ ਸਤਿਗੁਰ ਟੂਠਾ ਸਤਿਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਬੂਠਾ ਹਰ ਮਨ ਬੁੱਢਾ ਨਾਨਕ ਹਰ ਹਰ ਹੋਇਆ ਹਰ ਹਰ ਮਨ ਬੂਠਾ ਹਰ ਹਰ ਮਨ ਬੁੱਢਾ ਸੋ ਸਭ ਸੰਗਤਾਂ ਨੂੰ ਇੱਕ ਵਾਰ ਫਿਰ ਲੱਖ ਲੱਖ ਵਧਾਈਆਂ ਹੋਣ। ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ ਪਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਮਹੰਤ ਭਾਰਤ ਭੂਸ਼ਣ ਜੀ ਆਚਾਰੀਆ ਜੋ ਕਾਂਛੀ ਬਨਾਰਸ ਤੋਂ ਆਏ ਆ, ਕਿਉਂਕਿ ਬੀਬੀਆਂ ਗੁਰੂ ਰਵਿਦਾਸ ਮਹਾਰਾਜ ਦੀ ਸ਼ੋਭਾ ਲਈ ਗੀਤ ਗਾਉਂਦੀਆਂ, ਮੈਂ ਫੁੱਲ ਬਰਸਾਉਂਦੀ ਆ ਮੈਂ ਕਾਂਛੀ ਦੀਆਂ ਸੋਹਣੀਆਂ ਗਲੀਆਂ। ਇਹ ਤਾਂ ਮਹਾਂਪੁਰਸ਼ ਤੋਂ ਕਾਂਛੀ ਤੋਂ ਆਏ ਹੋਏ ਆ ਔਰ ਕਾਂਛੀ ਲਈ ਇਹਨਾਂ ਨੇ ਲੜਾਈ ਲੜੀ ਹੈ ਔਰ ਗੁਰੂ ਰਵਿਦਾਸ ਮਹਾਰਾਜ ਜਨਮ ਸਥਾਨ ਦੀ ਜਿਹੜੀ ਖੋਜ ਕੀਤੀ ਹੈ। ਔਰ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਆਪਣੇ ਜਿਹੜੇ ਵਿਚਾਰ ਆ ਸੰਗਤਾਂ ਦੇ ਨਾਲ ਸਾਂਝੇ ਕਰਨ। ਜੈ ਗੁਰਦੇਵ, ਧੰਨ ਗੁਰਦੇਵ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗुरु जी की फतेह। आज की प्यारे शासंगत पूज्य हमारे संतगण गुरु ग्रंथ साहब के कृपा से हम सब आज बाबा गोविंद दास जी के डेरे में बाबा चमनदास जी महाराज इस संसार में आए और दुनिया को दर्शन देकर मार्ग दिखा करके शरीर रूप को छोड़ करके हम सबको एक नया मार्ग दिखाया। आज उनका धन धन संत पूज्य संत चमनदास जी महाराज का अवतरण दिवस है। मैं सभी संतों को प्रणाम करता हूँ। गुरु प्रेमियों, सच यही है कि गुरु रविदास जी महाराज के मूल परंपरा का मैं सन्यासी हूँ और देश के हर कोने में मेरे जाना होता है। उन स्थानों पर जाता हूँ जहाँ आज भी बिजली क्या है, बत्ती क्या, वो समाज नहीं देखा है अभी भी इस भारत देश में। लेकिन बड़ी आनंद का अनुभव होता है कि आज के डेट में अगर सबसे ज़्यादा मंदिरों का निर्माण हो रहा है तो गुरु रविदास जी महाराज के मंदिरों का निर्माण हो रहा है। आज पूरा देश, दुनिया के लोग गुरु की परंपरा को महसूस कर रहे हैं। जहाँ तक हमारे ऑल इंडिया धर्म मिशन का सवाल है, वो निरंतर गुरु जी के जहाँ जहाँ कदम पड़े हैं उसको ढूंढ करके समाज को बताने का प्रयास कर रहे हैं। मेरा सौभाग्य है कि इस पावन धरती पर धन धन स्वामी गोविंद दास जी महाराज के डेरे में आज कुछ कहने का सौभाग्य प्राप्त हुआ। वर्तमान में गद्दी नशीन पूज्य संत
देशराज जी के प्रति मेरा बड़ा स्नेह रहता है। वो मुझे बहुत स्नेह भी करते हैं। जब जब मैं पंजाब में आता हूँ निश्चित रूप से उनका दर्शन का मुझे लाभ मिलता है। गुरु प्रेमियों, हमारे संत, बड़े प्रमुख संत हम सबके बीच में हैं। आप सबको उनको सुनना है। लेकिन इतना मैं कहूँगा कि जीवन दो तरह से चलता है, एक भौतिक दृष्टि से, एक आध्यात्मिक दृष्टि से। भौतिक दृष्टि क्या है कि संसार में जो कुछ दिख रहा वही सत्य है, और जब हम इसको देखकर हम सत्य को महसूस करते हैं तो मैं और मेरे के भाव से हम सब जीते हैं, तुम और तेरे के भाव से जीते हैं। लेकिन एक आध्यात्मिक दृष्टि से जब हम इस संसार को देखते हैं तो मैं और मेरे के भाव से रहित हो जाते हैं। फिर सद्गुरु रविदास जी महाराज की वो वाणी सार्थक हो जाती है कि प्राणी क्या तेरा क्या मेरा, जैसे तरवर पंच बसेरा, जल की भीत पवन का थंबा, रक्त बूत का गारा, हाड़ मांस नाड़ी का पिंजड़, पंछी वसे विचारा, प्राणी क्या तेरा क्या मेरा। फिर तेरे मेरे का भाव ही खत्म हो जाता है। गुरु जी का एक शब्द है, वो भी हमें अध्यात्म सिखाता है कि हर्षो हीरा छाण कर करे आन की आस, ते नर दो जग जाएंगे सदभागे रविदास। कि जो इस सांसारिक चीजों में हम जो फंसे हुए हैं, ये हम सबकी एक आवश्यकता है। लेकिन इस संसार में रह करके हमने संसार के सारे कार्य किया, लेकिन अगर परमात्मा का नाम नहीं लिया, ध्यान और साधना नहीं किया, तो हम इस जीवन की बाजी हार जाते हैं। हम सत्य को नहीं समझ पाते, क्योंकि सत्य को समझने का सिर्फ गुण मनुष्य में ही है, इसलिए श्रेष्ठ प्राणी मानी जाती है। परमात्मा ने हम सबको विवेक दिया, इसका सही इस्तेमाल करना है। क्योंकि हम संसार में सुख को ढूंढते हैं, धन संपदा में सुख को ढूंढते हैं, वैभवता में सुख को ढूंढते हैं, संसाधन में सुख ढूंढते हैं। यही कारण है कि जीवन भर हम सुख के पीछे भागते हैं, लेकिन सुख पूर्णता को प्राप्त नहीं होते, क्योंकि वैभवता एक जीवन की आवश्यकता है, सुख का साधन नहीं है। सुख का साधन भक्ति है। अगर सुख का साधन वैभवता होता तो सद्गुरु रविदास जी महाराज झोपड़ी में बैठ करके उस आनंद को, उस परम आनंद को प्राप्त नहीं करते। इसलिए उन्होंने संसार को बताया, दिखाया कि भक्ति के लिए बड़े स्थान की, बड़ी व्यवस्था की जरूरत नहीं है। इसलिए गुरु जी कहते हैं कि जाति भी ओछी, पात भी ओछा, ओछा जन्म हमारा। कि छोटे से झोपड़ी में रह करके उस परम अवस्था को प्राप्त कर जाते हैं। इसलिए गुरु जी संदेश देते हैं कि भौतिकता एक आवश्यकता है, और ज्ञान के लिए इस भौतिक चीज़ों का कोई आवश्यकता नहीं है। किसी भी अवस्था में रहकर उस ज्ञान को प्राप्त कर सकते हैं। गुरु प्रेमियों, क्योंकि संसार में हम सब इंद्रियों के वशीभूत में हैं। जीवा का स्वाद है कि पीछे भागता है, आंखें सुंदरता के पीछे भागती हैं, कान सुंदर भजन गीत संगीत के पीछे भागता है, नाक सुगंध के पीछे भागता है। लेकिन जीवन भर हम अस्थायित्व को प्राप्त नहीं करते हैं। रोज कुछ नया चाहिए, रोज कुछ नया चाहिए।
लेकिन जिससे ये पूरा शरीर चलता है वो आत्मा से चलता है, और आत्मा का सुख परमात्मा के साथ है, और परमात्मा के साथ हम इस आत्मा को जोड़ने का प्रयास नहीं करते। यही कारण है कि जीवन भर हम दौड़ते रहते हैं स्वाद के पीछे, आनंद के पीछे, सुंदरता के पीछे, लेकिन संपूर्णता को प्राप्त नहीं होते। गुरु प्रेमियों, साथ संगत, गुरु रविदास जी महाराज की वाणियों के बारे में कहा गया है कि संदेह ग्रंथ खंडन निपुण वाणी विमल रैदास की, सदाचार सूत्र शास्त्र वचन अवरोध उचारियो, क्षीर नीर विवरण सो परमहंस संजोधारियो। कि गुरु रविदास जी महाराज की वाणी इतनी पवित्र है, विमल है कि संदेह ग्रंथ खंडन निपुण, कि संदेह की सारी ग्रंथियां दूर हो जाएगी, अज्ञानता जीवन का समाप्त हो जाएगा। फिर क्षीर नीर विवरण सो परमहंस संजोधारियो, कि हम सबका वो विवेक जागृत हो जाएगा कि जैसे हंस के पास वो ताकत है कि क्षीर दूध और पानी को अलग करने की, उसी तरह से हम सब के अंदर का वो वेग जागृत हो जाता है कि सत्य को पहचान लेते हैं। गुरु प्रेमियों, इस संसार में हम सब कुछ जानते हैं। कोई ऐसा व्यक्ति नहीं है कि पाप क्या है, पुण्य क्या है, जीवन क्या है, मृत्यु क्या है, सब कुछ जानता है। किसी को बताने की जरूरत नहीं, हर व्यक्ति जानता है कि सत्य क्या है, असत्य क्या है, लेकिन फिर भी हम विषय वासना में फंसे होते हैं। इसका मत कारण क्या है कि सब कुछ जानते हुए हम उसी में फंसे हैं, क्योंकि हम जो कुछ जानते हैं इस संसार से जानते हैं, लोगों के अनुभूति से जानते हैं, लोगों के लिखे हुए साहित्य से जानते हैं, गुरुओं की वाणी से जानते हैं, धर्म ग्रंथों से जानते हैं। हमारा स्व का ज्ञान नहीं है, और जब तक स्व का ज्ञान नहीं आएगा तब तक हम इस संसार में भटकते रहेंगे। और स्व का ज्ञान ही आत्मज्ञान है, और आत्मज्ञान ही परमात्मा की पहचान है। और जिस दिन वो आत्मज्ञान जागृत हो जाता है, फिर गुरु जी की वाणी, फिर मैं यही कहूँगा कि तेरे मेरे से रहित मनुष्य हो जाता है। इस संसार में रहते हुए भी संसार का नहीं रहता है, वो परमात्मा का रहता है। ऐसे सदगुरु चमनदास जी महाराज हुए, ऐसे सदगुरु गोविंद दास जी महाराज हुए, ऐसे सदगुरु। ये तो पंजाब तो गुरुओं की भूमि है, धरती है। यहाँ तो धर्म हर कण में धर्म है, बसता है। तो आप सब सौभाग्यशाली हैं कि ऐसे धरती पर आप लोगों का जन्म हुआ है। आज गुरु महाराज जी की जो ज्योति पूरी दुनिया में दिख रही है, यहाँ हमारे पंजाब के संतों का बहुत बड़ा योगदान रहा है। हमारे ऑल इंडिया धर्म मिशन ने तो एक ज्योति जलाई, लेकिन पूरी दुनिया में आलोकित करने में यहाँ के संतों का बहुत बड़ा योगदान है। तो उन संतों को मैं पुनः प्रणाम करूंगा। और आरती मैं सदगुरु रविदास जी महाराज की आरती पढ़ करके अपने वाणी को विराम दूंगा, क्योंकि गुरु जी जितनी भी वाणियां हैं उसमें वो साकार ब्रह्म की उपासना की बात ही नहीं करते हैं, वो निराकार ब्रह्म की उपासना की बात करते हैं। क्योंकि मठ मंदिर गिरजाघर गुरुद्वारे ये आस्था के केंद्र होते हैं, भगवान का मिलने का केंद्र नहीं है। परमात्मा तो हर कण हर क्षण में है।
इसीलिए गुरु जी कहते हैं अवगत नाथ निरंजन देवा, मैं क्या जानूँ तुम्हारी सेवा, बांधन बंधन छाणुन छाया, तुम्हारी शेव निरंजन राया, चरण पताल शीस असमाना, सो ठाकुर कैसे संपुट समाना, शिव सनकादिक अंत न पाया, ब्रह्मा खोजत जन्म गवाया, तोड़ हर सो हीरा छाड़ के करे आन की आस, ते नर दोजक जाएंगे सत पाखे रविदास। जिना सास गिरास न विसरे, हर नामा मन मंत, तन से नानका पूरन से संत। जुगो जुग टल ਸਾਹਿਬ श्री गुरु ग्रंथ साहिब जी महाराज जी की पावन पवित्र हजूरी विच जुड़ बैठे समूह भेख भगवान ਅਤੇ ਸਤਿਕਾਰਯੋਗ ਸਾਧ ਸੰਗਤ ਜੀ, सब तो पहला गुरु चरणा नाल बिरतियां जोड़ो, रसना नूं पवित्र करो। आखो जी वाहिगुरू जी का खालसा, वाहिगुरू जी की फतेह। सत्कारयोग साध संगत जी, अज उस महान संत धन 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 श्रीमान 108 संत ब्रह्म ज्ञानी बाबा चमनदास जी महाराज जिन्हां दा 74वां प्रकाश दिहाड़ा मनाया जा रहा है। उन्होंने अपने सतगुरु की सेवा करके ये मरातबा हासिल किया है। गुरु बाणी कहती है, गुर के ग्रह सेवक जो रहे, गुर की आज्ञा मन में सहे, आपस को कर कछु ना जनावै, हर हर नाम हृदय साचा। मन बेचे सतगुर के पास, तिस सेवक के कारज रास। ते सेवा करत हुए ने कामी, तिसको होत प्राप्त स्वामी। सत्कारयोग साध संगत जी, अज उन्हां महापुरुषां दियां ये यादां मनाईयां जा रही हैं जिन्हां ने अपने मुरशद नूं खुश कीता है। गुरु की सेवा, गुरु की आग्या का पालन करना ही गुरु नूं मनना है। बेशक असी गुरु दे अंग संग सारे फिरते रहिए, पर गुरु की गल नूं मनना, जिंदगी दे विच उस नूं ग्रहण करके धारण कर लेना, अपना लेना। जिहदे बारे बाणी कहती है, गावीए सुनिए ते मन रखिए पौ। जिन्हां ने हिरदे च बसा लई गुरु की गल, उन्हां दा इस दुनिया दे उत्ते आया सफल होया। मैनूं पता संत महाराज संत गोबिंद दास जी महाराज जिन्हां दी इन्हां महापुरुषां ने छोटी अवस्था तो ही शरण लैके हाजरी दे विच रह के सेवा कीती है। क्योंकि सेवक जिहड़ा है वो अपने गुरु की कदे भी बराबरी ना करूगा तो तदे ही उन्होंने रुतबा मिलना है। क्योंकि बाणी कहती है, 20 बिस्वे गुर का मन माने, सो सेवक परमेश्वर की गत जाने। महापुरुषां ने अपने सतगुरु के हरेक बचन के उत्ते पहरा दे के दिन रात हाजरी दे विच रह के अपनी जिंदगी नूं सफल किया। ते उन्हां तो बाद उन्हां दे थां जो बह के उन्होंने सेवा की है, सारा संसार जानता है ते इलाका जानता, क्योंकि दिन रात उन्होंने भजन जिथे किया है उथे अपने गुरु की आन शान ऊंचा रखने के लिए देशों विदेशों में जाके परमेश्वर के नाम के नाल संगतां नूं जोड़िया है। अज तुसीं सारे उन्हां महापुरुषों की याद में इकट्ठे हुए हैं। क्यों हुए हैं कि उन्होंने इस जिंदगी के असली मकसद नूं समझ के पहरा दे के उस ड्यूटी निभाया। सो मैं बहुता समा ना लवां, क्योंकि महापुरुषों ने प्रवचन करने हैं। तो अज के दिहाड़े ते तुहानूं ऋषि ठाकर दास महाराज के दरबार के वलों बतौर मुख सेवादार, क्योंकि संत गोबिंद दास जी महाराज का ऋषि ठाकर दास महाराज के नाल बड़ा निजी प्यार सी।
ਉਹ ਹਿਸਟਰੀ ਦੇ ਵਿੱਚ ਆਉਂਦਾ ਕਿ ਜਦੋਂ ਸੰਤ ਮਹਾਂਪੁਰਸ਼ ਇਕੱਠੇ ਜਾਂਦੇ ਹੁੰਦੇ ਸੀ ਬਾਹਰ ਘੁੰਮਣ। ਇੱਕ ਵਾਰੀ ਉੱਥੇ ਕਲਕੱਤੇ ਵੱਲ ਗਿਆ ਤੇ ਅਗਨ ਬੋਟ ਦੇ ਵਿੱਚ ਬੈਠ ਕੇ ਸਮੁੰਦਰ ਦੀ ਸੈਰ ਕਰਨ ਵਾਸਤੇ ਚਲੇ ਗਏ ਤੇ ਅੰਗਰੇਜ਼ ਸਰਕਾਰ ਦਾ ਉਸ ਵੇਲੇ ਰਾਜ ਸੀ ਤੇ ਉਹਨਾਂ ਨੇ ਮਹਾਂਪੁਰਸ਼ਾਂ ਨੇ ਕਿਸੇ ਦੀ ਪਰਮਿਸ਼ਨ ਨਹੀਂ ਸੀ ਲਈ ਹੋਈ ਤੇ ਉਹਨਾਂ ਨੇ ਹੁਕਮਦੂਲੀ ਦੇ ਵਿੱਚ ਸਾਰੇ ਤਿੰਨੇ ਚਾਰੇ ਸੰਤ ਫੜ ਕੇ ਅੰਦਰ ਦੇ ਦਿੱਤੇ। ਸਾਧ ਸੰਗਤ ਜੀ, ਜਦੋਂ ਰਾਤ ਨੂੰ ਪ੍ਰੋਬਲਮ ਖੜੀ ਹੋ ਗਈ ਉਸ ਅਫਸਰ ਦੇ ਘਰ ਤੇ ਉਹਨਾਂ ਨੂੰ ਉਹ ਮਹਿਸੂਸ ਹੋਣ ਲੱਗ ਪਿਆ ਕੋਈ ਰੱਬੀ ਰੂਹਾਂ ਜਿਹੜੀਆਂ ਉਹਨਾਂ ਨੂੰ ਅਸੀਂ ਦੁਖੀ ਕੀਤਾ ਤੇ ਰਾਤੋਂ ਰਾਤ ਉਸ ਅਫਸਰ ਨੂੰ ਮਹਾਂਪੁਰਸ਼ਾਂ ਨੂੰ ਸੁਰਖਰੂ ਕਰਕੇ ਉਹਨਾਂ ਤੋਂ ਮਾਫੀ ਮੰਗਣੀ ਪਈ। ਮੈਂ ਬਹੁਤਾ ਨਹੀਂ ਸਮਾਂ ਲੈਣਾ। ਅੱਜ ਉਹਨਾਂ ਮਹਾਂਪੁਰਸ਼ਾਂ ਦਾ ਦਿਨ ਹੈ ਜਿਨ੍ਹਾਂ ਦਾ ਦੁਨੀਆ ਦੇ ਉੱਤੇ ਆਉਣ ਦਾ ਕੋਈ ਮਕਸਦ ਹੈ। ਬਾਣੀ ਕਹਿੰਦੀ ਹੈ ਧਨ 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 ਜਨ ਆਇਆ, ਜੈ ਪ੍ਰਸਾਦ ਸਭ ਜਗਤ ਤਰਾਇਆ, ਜਾਨਾ ਅਵਨ ਕਾ ਇਹੋ ਸੁਆਓ। ਪਰਮੇਸ਼ਰ ਦੇ ਪਿਆਰਿਆਂ ਦਾ ਦੁਨੀਆ ਦੇ ਉੱਤੇ ਆਉਣ ਦਾ ਕੋਈ ਮਕਸਦ ਹੁੰਦਾ ਹੈ ਕਿ ਉਹ ਆਪਣੀਆਂ ਸੰਗਤਾਂ ਨੂੰ, ਵਿਛੜੀਆਂ ਰੂਹਾਂ ਨੂੰ ਪਰਮੇਸ਼ਰ ਦੇ ਨਾਂ ਨਾਲ ਜੋੜਦੇ ਹਨ। ਔਰ ਸੋ ਹੀਰਾ ਛਾੜ ਕੇ ਕਰ ਹੈ ਆਨ ਕੀ ਆਸ, ਤੇ ਨਰ ਦੋ ਸੁਖ ਜਾਏਂਗਾ, ਸਤ ਭਾਖੈ ਰਵਿਦਾਸ। ਜਿਨਾ ਸਾਸ ਗੁਰਾਸ ਨਾ ਵਿਸਰੈ, ਹਰਿ ਨਾਮ ਮਨ ਮੰਤਾ। ਤਨ ਸੇ ਨਾਨਕਾ, ਪੂਰਨ ਸੋਈ ਸੰਤ। ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤਾ। ਨਾ ਹੋਣਾ ਤੂੰ ਨਾ ਛੁਟੈ, ਨਿਕਟ ਨਾ ਜਾਈਐ ਦੂਤ। ਪਰਮ ਸਤਿਕਾਰਯੋਗ ਖੰਡਾਂ ਬ੍ਰਹਮੰਡਾਂ ਦੇ ਮਾਲਕ ਵਾਲੀਏ ਦੋ ਜਹਾਨ, ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ, ਗੱਦੀ ਤੇ ਬਿਰਾਜਮਾਨ ਚੌਰੋ ਤਖਤ ਦੇ ਮਾਲਕ ਸ਼ਬਦਾਵਤਾਰ, ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ੀਤਲਮਈ ਗੋਦ ਵਿੱਚ ਔਰ ਮਹਾਨ ਤਪਸਵੀ ਤਤਵੇਤਾ ਬ੍ਰਹਮ ਗਿਆਨੀ ਬ੍ਰਹਮਨਿਸ਼ਟ ਬ੍ਰਹਮ ਸ਼ੋਤਾ ਬ੍ਰਹਮ ਭਗਤਾ ਸ਼੍ਰੀ 108 ਸੰਤ ਬਾਬਾ ਗੋਬਿੰਦ ਦਾਸ ਮਹਾਰਾਜ ਜੀ ਦੀ ਇਸ ਮਹਾਨ ਤਪੋਸਥਲੀ ਔਰ ਉਹਨਾਂ ਤੋਂ ਭਰੋਸਾਏ ਹੋਏ ਮਹਾਨ ਤਪਸਵੀ ਤਤਵੇਤਾ, ਮਾਨਵਤਾ ਦੇ ਹਾਮੀ, ਸੇਵਾ ਦੇ ਪੁੰਜ, ਨਿਮਰਤਾ ਦੇ ਧਨੀ, ਅਤੀ ਸਤਿਕਾਰਯੋਗ ਸ਼੍ਰੀਮਾਨ 108 ਸੰਤ ਬਾਬਾ ਚਮਨਦਾਸ ਜੀ ਮਹਾਰਾਜ ਉਦਾਸੀਨ ਔਰ ਸਤਿਗੁਰ ਦੇ ਪਾਵਨ ਭਰੋਸਾਏ ਹੋਏ ਮਹਾਨ ਮਹਾਂਪੁਰਸ਼ ਸ਼੍ਰੀਮਾਨ ਜੀ 108 ਸੰਤ ਦੇਸਰਾਜ ਜੀ ਮਹਾਰਾਜ, ਵਾਈਸ ਪ੍ਰਧਾਨ ਸ਼੍ਰੀ ਗੁਰਦਾਸ ਸਾਧੂ ਸੰਪਰਦਾ ਸੁਸਾਇਟੀ ਰਜਿਸਟਰਡ ਪੰਜਾਬ ਔਰ ਸਟੇਜ ਤੇ ਮੰਚ ਤੇ ਸਵਾਇਮਾਨ ਖੜਦਰ ਸ਼੍ਰੀ ਮਹਾਂਪੁਰਖ ਔਰ ਸਤਿਗੁਰ ਦੇ ਸਾਜੀ ਨਿਵਾਜੀ ਸਾਧ ਸੰਗਤ ਜੀਓ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਭਾਗ ਹੋਆ ਗੁਰੂ ਸੰਤ ਮੈਂ ਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਸੇਵ ਕਰੀ ਪਲ ਚਸਾ ਨ ਬਿਛੜਾ, ਬਿਨ ਸੱਜਣ ਜਨ ਨਾਨਕ ਦਾਸ ਤੁਮਾਰੇ ਜੀ। ਕਿਰਪਾ ਹੁੰਦੀ ਹੈ, ਮਹਾਨ ਸਤਿਗੁਰ ਦੀ ਬਖਸ਼ਿਸ਼ ਹੁੰਦੀ ਹੈ ਤਾਂ ਸੰਤ ਦਾ ਅਵਤਰਣ ਹੁੰਦਾ ਹੈ ਸੰਸਾਰ ਤੇ। ਜਿਵੇਂ ਕਿ ਆਪ ਜੀ ਨੇ ਸ਼ਰਵਣ ਕੀਤਾ ਹੈ, ਸਤਿਗੁਰੂ ਦਾ ਫਰਮਾਨ ਹੈ, ਕਬੀਰ ਜੀ ਮਹਾਰਾਜ ਫਰਮਾਨ ਕਰਦੇ ਹਨ ਕਿ ਉਹਨਾਂ ਦਾ ਉਪਦੇਸ਼ ਇੱਕ ਅਲੌਕਿਕ ਉਪਦੇਸ਼ ਹੈ ਸਤਿਗੁਰਾਂ ਦਾ। ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ, ਸੀਤਲ ਸਾਇਆ ਗਹਿਰ ਫਲ, ਪੰਛੀ ਕੇਲ ਕਲੰਤ। ਐਸਾ ਬੀਜ ਸਤਿਗੁਰੂ ਧੰਨ ਧੰਨ ਸੰਤ ਬਾਬਾ ਗੋਬਿੰਦ ਦਾਸ ਮਹਾਰਾਜ ਜੀ ਨੇ ਬੀਜਿਆ, ਜਿਸ ਦੇ ਰੂਪ ਦੇ ਵਿੱਚ ਇਹ ਸਾਰਾ ਚਮਨ ਖਿੜ ਗਿਆ, ਇਹ ਸਾਰੀ ਬਹਾਰ ਆ ਗਈ। ਜਿੱਥੇ ਬੇਦੀ ਨਾਦੀ ਢਾਡੀ ਕੀਰਤਨੀਏ ਮਹਾਨ ਮਹਾਨ ਮਹਾਂਪੁਰਸ਼ ਦੇਸ਼ਾਂ ਵਿਦੇਸ਼ਾਂ ਤੋਂ ਉਹਨਾਂ ਦੀ ਇਸ ਤਪੋਸਥਲੀ ਨੂੰ
ਨਕਮਸਤਕ ਹੋਣ ਦੇ ਵਾਸਤੇ ਹਾਜ਼ਰੀਆਂ ਭਰਦੇ ਹਨ ਹਰ ਸਾਲ ਸਾਲਾਨਾ, ਕਿ ਉਹਨਾਂ ਨੇ ਨਾਮ ਜਪਿਆ, ਬੰਦਗੀ ਕੀਤੀ ਹੈ, ਐਸੀ ਚੀਜ਼ ਇਕੱਠੀ ਕੀਤੀ ਹੈ ਜਿਹੜੀ ਇੱਥੇ ਵੀ ਸੁੱਖ ਦਿੰਦੀ ਹੈ ਤੇ ਉੱਥੇ ਵੀ ਸੁੱਖ ਦਿੰਦੀ ਹੈ। ਤਾਂ ਕਰਕੇ ਸਤਿਗੁਰੂ ਕਬੀਰ ਮਹਾਰਾਜ ਫਰਮਾਨ ਕਰਦੇ ਹਨ ਕੇਦਾਰ ਰਾਗ ਦੇ ਅੰਦਰ ਕਿ ਅਸੀਂ ਲੋਕ ਆਪਣਾ ਨਿਰਵਾਹ ਕਰਨ ਲਈ, ਜੀਵਨ ਨਿਰਵਾਹ ਕਰਨ ਦੇ ਵਾਸਤੇ ਬੜੇ ਬੜੇ ਯਤਨ ਕਰਦੇ ਹਾਂ, ਆਪਣੇ ਵਪਾਰ ਕਰਦੇ ਹਾਂ। ਕੋਈ ਕਤਲੋ ਗਾਰਤ ਕਰਦਾ ਹੈ, ਕੋਈ ਧੋਖਾਧੜੀ ਕਰਦਾ ਹੈ, ਕੋਈ ਧਰਮ ਕਮਾਉਂਦਾ ਹੈ, ਕੋਈ ਕੁਛ ਕਰਦਾ ਹੈ। ਕਾਹਦੇ ਵਾਸਤੇ? ਆਪ ਦੇ ਬੱਚਿਆਂ ਦੀ ਪਰਵਰਿਸ਼ ਦੇ ਵਾਸਤੇ। ਬਹੁ ਪਰਪੰਚ ਕਰ ਪਰਤਨ ਲਿਆਵੇ, ਸੁੱਧਾ ਰਾਪੇ ਆਨ ਲੁਟਾਵੇ। ਬੜੇ ਪਰਪੰਚ ਕਰਦਾ ਹੈ ਇਨਸਾਨ, ਪਰ ਸਤਿਗੁਰਾਂ ਦੀ ਜੀਵਨੀ, ਸਤਿਗੁਰਾਂ ਦੀ ਜਿਹੜੀ ਬਾਇਓਗ੍ਰਾਫੀ ਹੈ ਉਹਨੂੰ ਸਟੱਡੀ ਕਰੋ। ਨਿਰਮਲ ਚੰਦ ਜੀ ਨੇ ਲਿਖਿਆ ਹੈ ਉਹਨਾਂ ਦੇ ਸਤਿਗੁਰੂ ਗੋਬਿੰਦ ਦਾਸ ਮਹਾਰਾਜ ਜੀ ਦਾ ਜੀਵਨ। ਮੈਂ ਦਰਸ਼ਨ ਕੀਤੇ ਹਨ ਸਤਿਗੁਰੂ ਸਤਿਕਾਰਯੋਗ ਚਮਨਦਾਸ ਮਹਾਰਾਜ ਜੀ ਦੇ, ਆਪਦੇ ਗੁਰੂਦੇਵ ਦੇ ਸਹਿਤ। ਤੋ ਉਹਨਾਂ ਨੇ ਕੀ ਕੀਤਾ ਦੁਨੀਆ ਦੇ ਵਿੱਚ ਰਹਿ ਕਰਕੇ? किन्ही बन जा कांसी तांबा, किन्ही लौंग सुपारी, संतो बन जा नाम गोबिंद का, ऐसी खेप हमारी। ऐसा व्यापार, ऐसा उन्होंने एक बिजनेस किया जिहदे नाल परमेश्वर दे दरबार दे अंदर भी उन्होंने सत्कार मिलिया। इस संसार ते तो हुण तक मिल रहा है। असी संतां महापुरुषां दे दरबार ते मैं अपने आप दी शादी दिना हाँ, कोई बोलन वास्ते नहीं आईदा, कोई वचन करने दे वास्ते नहीं आईदा। महापुरुष तो बोलने नहीं देंदे, हुणे दस के हटे है, चुप करा देंदे है। उन्हां दे अंदर ऐसी कला हुंदी है। तो किन्ही बन जा कांसी तांबा, किन्ही लौंग सुपारी, संतो बन जा नाम गोबिंद का, ऐसी खेप हमारी। कोई सोने चांदी का व्यापार करता है, कोई किसी चीज़ का व्यापार करता, अपना बिजनेस, अपना बिहार चलाउण दे वास्ते। पर संत महापुरुष जिहड़े है वो की करते हैं? वो परमेश्वर दे नाम दा, मैं राम नाम धन ला दिया, बिखलादी संसार और वार पार के दानियां लिख ले वाल पताल, मुहजम दंड न लग गई तजीले सर्व जंजाल। जैसा रंग कसुंभ का तैसा ही संसार, मेरे मैये रंग मजीठ कौर कौर बदास चुमार। सतगुरु गुरुदास महाराज का भी फरमान ही है, ऐसी वस्त संभालिए जैसी निभे नाल। जिस वखर को लैन तू आया, राम नाम संतन कर पाया। ताजा मान ले हो मन मोल, राम नाम हृदय में तो, लाद खेप संतै संग चाल। अबर त्याग विख्या जंजाल, धन धन कहे सब कोए। तो धनता दे योग हन महान महापुरुष समा हो गया है। तो उन्हां महापुरुषां नूं जिन्हां दे असीं अज महान आगमन पुरब, प्रकाश दिहाड़े, जन्म दिवस, प्रगट दिवस 74वें सतगुरां दी छतर छाया दे हेठ बहुत ही अणथक उपराले दे सदका संत बाबा देसराज महाराज जी ने जो उपराला कर रहे हैं, जिनकी रहनुमाई दे हेठ सारा आयोजन हो रहा है। आप संगतां नूं उन्हां दे 74वें आगमन पुरब दियां बहुत बहुत करोड़ करोड़ लख लख मुबारकां। सतगुरु किरपा करन कि वो आप दा जो सच्चा व्यापार करन दी समत बख्शिश करन। इन्हां ही शब्दां नाल उन्हां महापुरुषां नूं संत बाबा गोबिंद दास महाराज सच्चे पातशाह धन धन संत बाबा चमनदास महाराज सच्चे पातशाह, संत बाबा देसराज महाराज सच्चे पातशाह, सारे महापुरुषों और आप साध संगत नूं वाहिगुरू जी का खालसा, श्री वाहिगुरू जी की फतेह। क्योंकि महापुरुषों ने इस संसार दे विच आके उस मालक की बंदगी की, समुचे संसार नूं मालक की बंदगी दे नाल जोड़िया। आओ एक उन्हां दे पावन चरणों दे विच आपां अरदास बेनती करनी, महाराज जी कृपा करियो। वाहेगुरु वाहेगुरु, तू मेरा राखा सबनी थाई, मैं आसरत के तेरा, सबना तफीकां दा मालिक तूं, बेड़ा पार लगा दियो मेरा।
बाहे पकड़ राखियो लाज, बाहे पकड़ राखियो लाज, गुरु जी मेरी की मर्जी। पकड़ राखियो लाज, गुरु जी मेरी की मर्जी। बाहे पकड़ राखियो लाज, गुरु जी मेरी की मर्जी। पकड़ राखियो लाज, गुरु जी मेरी की मर्जी। हे तेरा प्यार लिहाज, तेरा प्यार लिहाज, गुरु जी मेरी की मर्जी। बाहे पकड़ राखियो लाज, गुरु जी मेरी की मर्जी। पकड़ राखियो लाज, गुरु जी मेरी की मर्जी। तेरे हुक्म बिना तां कदे भी पत्ता झुलदा नहीं। मैं तेरे बाजों दाता कौड़ी मुलदा नहीं। तेरे हुक्म बिना तां कदे भी पत्ता झुलदा नहीं। मैं तेरे बाजों दाता कौड़ी मुलदा नहीं। आप ही तख्त सजावे ताज, गुरु जी मेरी की मर्जी। बाहे पकड़ राखियो लाज, गुरु जी मेरी की मर्जी। बाहे पकड़ राखियो लाज, गुरु जी मेरी की मर्जी। जे होवे नजर सवली तां रंग चढ़ जांदा। फिर डोबण वाला कौन तू जिथे खड़ जांदा। जे होवे नजर सवली तां रंग चढ़ जांदा। फिर डोबण वाला कौन तू जिथे खड़ जांदा। तेरी परजा तेरा राज, गुरु जी मेरी की मर्जी। बाहे पकड़ राखियो लाज, गुरु जी मेरी की मर्जी। पकड़ राखियो लाज, गुरु जी मेरी की मर्जी। वो कोडियां तो बन जांदे हीरे, भाग जिन्हां दे चंगे। औलियां बलियां दे विच बैंदे तेरे मस्त मलंगे। वो कोडियां तू बन जांदे हीरे, भाग जिन्हां दे चंगे। औलियां बलियां दे विच बैंदे तेरे मस्त मलंगे। तेरी परजा तेरा राज, गुरु जी मेरी की मर्जी। बाहे पकड़ राखियो लाज, गुरु जी मेरी की मर्जी। बाहे पकड़ राखियो लाज, गुरु जी मेरी की मर्जी। गुरु जी मेरी की मर्जी, गुरु जी मेरी की मर्जी। आओ गुरु प्यारी साध संगत जी, यही अरदास बेनती करके जाओ सतगुਰਾਂ ਦੇ ਚਰਨਾਂ ਵਿੱਚ। ਮਹਾਰਾਜ ਜੀ ਕਿਰਪਾ ਕਰਿਓ। ਇੱਥੇ ਕਿ ਮਨ ਜਾਚ ਰਸਨਾ ਨੂੰ ਕਰੋ ਪਵਿੱਤਰ ਗੱਜ ਕਖੋ ਸਤਨਾਮ ਵਾਹਿਗੁਰੂ। ਦਿਨੇਸ਼ ਗਿਰੀ ਜੀ ਮਹਾਰਾਜ ਉਹ ਬਚਨ ਕਰਕੇ ਗਏ ਸੀ ਵੇ
ਸੰਤੋ ਬਣ ਜਿਆ ਨਾਮ ਗੋਬਿੰਦ ਕਾ। ਜਿਹੜੇ ਮਹਾਪੁਰਸ਼ ਗੁਰੂ ਪਿਆਰੀ ਸਾਧ ਸੰਗਤ ਜੀ, ਕਿਉਂਕਿ ਸਤਿਗੁਰੂ ਦਾ ਪਾਵਨ ਫਰਮਾਨ ਹੈ, ਬਿਨ ਤੁਧ ਹੋਰ ਜੇ ਮੰਗਣਾ ਸੁਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਸੰਸਾਰਿਕ ਗਹਿਣੇ ਆ, ਉਹਨਾਂ ਦੇ ਨਾਲ ਸਾਡੇ ਸਰੀਰ ਦੀ ਸ਼ੋਭਾ ਜ਼ਰੂਰ ਬਣ ਸਕਦੀ ਹੈ, ਸਰੀਰ ਦੀ ਟੌਰ ਨਿਕਲ ਸਕਦੀ, ਪਰ ਆਤਮਾ ਦੀ ਟੌਰ ਜਿਹੜੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਮਾਲਕ ਦੇ ਨਾਮ ਨਾਲ ਹੀ ਨਿਕਲਣੀ ਹੈ। ਔਰ ਮਾਲਕ ਦੇ ਨਾਮ ਦਾ ਜਿਹੜਾ ਗਹਿਣਾ ਹੈ ਨਾ, ਉਹ ਨਾਮ ਦਾ ਗਹਿਣਾ ਪਾਇਆ ਗੁਰਾਂ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ, ਨਾਮ ਦਾ ਗਹਿਣਾ ਪਾਇਆ ਗੁਰਾਂ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ, ਨਾਮ ਦਾ ਗਹਿਣਾ ਪਾਇਆ ਗੁਰਾਂ ਨੇ ਮੈਨੂੰ ਪਾਇਆ, ਨਾਮ ਦਾ ਗਹਿਣਾ ਪਾਇਆ ਗੁਰਾਂ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ। ਨਾ ਇਹ ਸੋਨਾ ਨਾ ਇਹ ਚਾਂਦੀ, ਨਾ ਇਹ ਸੋਨਾ ਨਾ ਇਹ ਚਾਂਦੀ, ਨਾ ਇਹ ਸੋਨਾ ਨਾ ਇਹ ਚਾਂਦੀ, ਨਾ ਇਹ ਸੋਨਾ ਨਾ ਇਹ ਚਾਂਦੀ। ਓ ਹਿਰਦੇ ਨਾਮ ਵਸਾਇਆ, ਹਿਰਦੇ ਨਾਮ ਵਸਾਇਆ, ਨਾਮ ਦਾ ਗਹਿਣਾ ਪਾਇਆ ਗੁਰਾਂ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ, ਨਾਮ ਦਾ ਗਹਿਣਾ ਪਾਇਆ ਗੁਰਾਂ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ। ਨਾ ਕਿਸੇ ਮੰਗਣਾ ਨਾ ਐਸਾ ਦੇਣਾ, ਨਾ ਕਿਸੇ ਮੰਗਣਾ ਨਾ ਐਸਾ ਦੇਣਾ, ਨਾ ਕਿਸੇ ਮੰਗਣਾ ਨਾ ਐਸਾ ਦੇਣਾ, ਨਾ ਕਿਸੇ ਮੰਗਣਾ ਨਾ ਐਸਾ ਦੇਣਾ। ਇਹ ਤੁਰ ਦਾ ਸਾਥ ਬਣਾਇਆ, ਤੁਰ ਦਾ ਸਾਥ ਬਣਾਇਆ, ਨਾਮ ਦਾ ਗਹਿਣਾ ਪਾਇਆ ਗੁਰਾਂ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ, ਨਾਮ ਦਾ ਗਹਿਣਾ ਪਾਇਆ ਗੁਰਾਂ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ। ਇਸ ਗਹਿਣੇ ਨੇ ਵੇਖ ਲੋ ਮੈਨੂੰ, ਇਸ ਗਹਿਣੇ ਨੇ ਵੇਖ ਲੋ ਮੈਨੂੰ, ਇਸ ਗਹਿਣੇ ਨੇ ਵੇਖ ਲੋ ਮੈਨੂੰ। ਫਰਸ਼ੋ ਅਰਸ਼ ਚੜਾਇਆ, ਫਰਸ਼ੋ ਅਰਸ਼ ਚੜਾਇਆ, ਨਾਮ ਦਾ ਗਹਿਣਾ ਪਾਇਆ ਗੁਰਾਂ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ, ਨਾਮ ਦਾ ਗਹਿਣਾ ਪਾਇਆ ਗੁਰਾਂ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ, ਨਾਮ ਦਾ ਗਹਿਣਾ ਪਾਇਆ ਗੁਰਾਂ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ। ਤੋ ਆਓ ਗੁਰੂ ਪਿਆਰੀ ਸਾਧ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚੋਂ ਨਾਮ ਦੀ ਦਾਤ ਪ੍ਰਾਪਤ ਕਰੀਏ, ਜਿੱਥੇ ਇਸ ਉਸ ਜਹਾਨੀ ਜਿਸ ਮਾਲਕ ਦੇ ਨਾਮ ਨੇ ਸਾਡੀ ਸਹਾਇਤਾ ਕਰਨੀ ਹੈ। ਆਓ ਸਤਨਾਮ ਵਾਹਿਗੁਰੂ ਜੀ। ਔਰ ਇਹਨਾਂ ਨੇ ਜਿੱਥੇ ਜਿੱਥੇ ਬਾਬਾ ਗੋਬਿੰਦਾਸ ਜੀ ਮਹਾਰਾਜ ਜੀ ਦੇ ਸ਼ਬਦਾਂ ਦਾ ਕੀਰਤਨ ਕਰਦੇ ਆ, ਹੋਰ ਪ੍ਰਚਾਰ ਕਰਦੇ ਆ, ਉੱਥੇ ਉੱਥੇ ਸਮਾਜ ਨਾਲ ਹੋ ਰਹੇ ਅਤਿਆਚਾਰ ਦੇ ਖਿਲਾਫ ਵੀ ਖੜਦੇ ਆ। ਸੰਤ ਨਿਰਮਲ ਸਿੰਘ ਜੀ ਆਵਾਦਾਨ ਜਨਰਲ ਸਕੱਤਰ ਸ਼੍ਰੀ ਗੁਰਦਾਸ ਸਾਹਿਬ ਸੁਸਾਇਟੀ ਪੰਜਾਬ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ 10 ਮਿੰਟ ਲਈ ਸੰਗਤਾਂ ਦੇ ਨਾਲ ਸਨਮੁਖ ਹੋਣ। ਗੁਰੂ ਗਰੀਬ ਨਿਵਾਜ, ਸੋਹੇ ਬੰਕ ਦੋਆ ਸਗਲਾ ਬਨਹਰਾ, ਹਮ ਘਰ ਸਾਜਨ ਆਏ, ਸਾਚੇ ਮੇਲ ਮਿਲਾਏ, ਸਾਚ ਮਿਲਾਏ ਹਰ ਮਨ ਭਾਏ, ਪੰਜ ਮਿਲੇ ਸੁਖ ਪਾਇਆ।
ਸੁਖੀ ਮਿਲੋ ਰਸ ਮੰਗਲ ਗਾਵੋ ਹਮ ਘਰ ਸਾਜਨ ਆਇਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਬਹੁਤ ਹੀ ਅਤੀ ਸਤਿਕਾਰਯੋਗ ਸੰਤ ਬਾਬਾ ਦੇਸਰਾਜ ਜੀ ਮਹਾਰਾਜ ਜਿਹੜੇ ਹੁਣੇ ਬਾਬਾ ਜੀ ਦੇ ਗੋਬਿੰਦ ਧਾਮ ਤੋਂ ਆਏ ਹਨ ਇੰਗਲੈਂਡ ਤੋਂ, ਔਰ ਬਹੁਤ ਸਾਰੇ ਮਹਾਨ ਮਹਾਂਪੁਰਖ ਸੰਤ ਮੰਡਲੀ ਜੋ ਸਟੇਜ 'ਤੇ ਬਿਰਾਜਮਾਨ ਹੈ, ਕਿਉਂਕਿ ਇਕੱਲੇ ਇਕੱਲੇ ਦਾ ਨਾਮ ਲੰਘੇ ਸੌ ਬੜਾ ਲੱਗਦਾ ਹੈ। ਸਾਰੇ ਸਤਿਕਾਰਯੋਗ ਹੈ, ਬਹੁਤ ਹੀ ਸਤਿਕਾਰਯੋਗ ਹੈ, ਔਰ ਬਹੁਤ ਗੁਰੂ ਕੀਆਂ ਪਿਆਰੀਆਂ ਸੰਗਤਾਂ ਅੱਜ ਐਸੀ ਮਹਾਨ ਪਾਵਨ ਪਵਿੱਤਰ ਆਤਮਾ ਸੰਤ ਬਾਬਾ ਗੋਬਿੰਦ ਦਾਸ ਮਹਾਰਾਜ ਦੇ ਬਹੁਤ ਹੀ ਪਿਆਰੇ ਸੇਵਕ ਸੰਤ ਬਾਬਾ ਚਮਨ ਦਾਸ ਮਹਾਰਾਜ, ਜਬ ਦੇਖਾਂ ਤਬ ਗਾਵਾਂ। ਬੰਦਾ ਗਾਉਂਦਾ ਕਦੋਂ ਹੈ, ਕਹਿੰਦਾ ਕਦੋਂ ਹੈ, ਜਦੋਂ ਕਿਸੇ ਨੂੰ ਪ੍ਰਤੱਖ ਦੇਖ ਲੈਂਦਾ ਹੈ। ਉਹਨਾਂ ਦੇ ਪ੍ਰਤੱਖ ਦਰਸ਼ਨ ਕੀਤੇ ਹੈ, ਔਰ ਕੋਈ ਲੁਕੋ ਵਾਲੀ ਗੱਲ ਨਹੀਂ, ਕੋਈ ਐਵੇਂ ਆਪਾਂ ਸਟੇਜ 'ਤੇ ਕਈ ਵਾਰੀ ਕਹਿੰਦੇ ਜਿਹਨੂੰ ਦੇਖਿਆ ਵੀ ਨਹੀਂ ਉਹਦੀ ਗੱਲ ਕਰ ਜਾਂਦੇ, ਕਈ ਵਾਰੀ ਉਹ ਹੋਰ ਤਰੀਕੇ ਨਾਲ ਕਰ ਜਾਂਦੇ, ਪਰ ਲੇਕਿਨ ਜਿਹਨੂੰ ਦੇਖਿਆ ਉਹ ਵਾਕਿਆ ਹੀ ਰੱਬ ਦੀ ਮੂਰਤ ਸੀ, ਵਾਕਿਆ ਹੀ ਰੱਬ ਦੀ ਮੂਰਤ ਸੀ, ਰੱਬ ਦੀ। ਸੰਤ ਬਾਬਾ ਚਮਨ ਦਾਸ ਮਹਾਰਾਜ, ਮੈਂ ਤੁਹਾਡਾ ਬੜਾ ਕਥਾ ਦੇ ਵਿੱਚ ਟਾਈਮ ਨਾ ਲਵਾਂ, ਕਿਉਂਕਿ ਕਥਾ ਜਦੋਂ ਪ੍ਰਾਰੰਭ ਕਰੀਏ ਨਾ, ਕੋਈ ਵੀ ਭਾਵੇਂ ਛੋਟਾ ਹਿੰਟ ਹੋਵੇ ਚਾਹੇ ਵੱਡਾ ਹੋਵੇ, ਚਾਹੇ ਛੋਟੀ ਕਥਾ ਹੋਵੇ ਚਾਹੇ ਵੱਡੀ ਹੋਵੇ, ਉਹਨੂੰ ਫਿਰ ਟਾਈਮ ਲੱਗਦਾ ਹੈ, ਕਿਉਂਕਿ ਉਹਨੂੰ ਸੋਧ ਕੇ ਬੋਲਣਾ ਪੈਂਦਾ ਹੈ ਅਤੇ ਉਹਨੂੰ ਕਿਸੇ ਸਿੱਟੇ 'ਤੇ ਲਿਜਾਣਾ ਹੁੰਦਾ ਹੈ। ਮੈਂ ਤੁਹਾਨੂੰ ਇੱਕੋ ਬੇਨਤੀ ਕਰਦਾ ਹਾਂ ਬਈ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰੂ ਕੀ ਆਗਿਆ ਮਨ ਮੇ ਸਹੇ। ਜਿਹੜਾ ਗੁਰੂ ਦੀ ਆਗਿਆ ਦਾ ਪਾਲਣ ਕਰਦਾ ਹੈ ਔਰ ਗੁਰੂ ਕੀ ਸ਼ਰਨ ਵਿੱਚ ਰਹਿੰਦਾ ਹੈ, ਉਹ ਸੰਸਾਰ 'ਤੇ ਹਮੇਸ਼ਾ ਵਾਸਤੇ ਦੁਨੀਆ 'ਚੋਂ ਬਹੁਤ ਵੱਡਾ ਮਹਾਨ ਲਾਹਾ ਖੱਟ ਕੇ ਆਪਣਾ ਜਨਮ ਸਫਲ ਕਰਕੇ ਜਾਂਦਾ ਹੈ। ਸਾਧੋ ਗੋਬਿੰਦ ਕੇ ਗੁਣ ਗਾਵੋ, ਇਹ ਕਹਿਣ ਦਾ ਵਿਸ਼ਾ ਨਹੀਂ ਹੈ, ਕਮਾਉਣ ਦਾ ਵਿਸ਼ਾ ਹੈ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਭਵਿਕ। ਬਹੁਤ ਵੱਡੇ ਪੁੰਨਾਂ ਨਾਲ ਮਿਲਦਾ। ਮੈਂ ਤੁਹਾਨੂੰ ਇਹ ਬਹੁਤ ਸ਼ਾਰਟਕੱਟ ਕਹਿ ਰਿਹਾ, ਕਿਉਂਕਿ ਮੈਨੂੰ ਵੀ ਥੋੜ੍ਹੀ ਜਲਦੀ ਹੈ, ਇਸੇ ਕਰਕੇ ਮੈਨੂੰ ਟਾਈਮ ਹੀ ਨਹੀਂ ਪਹਿਲਾਂ ਬਾਬਾ ਜੀ ਨੇ ਦੇ ਦਿੱਤਾ ਹੈ, ਕਿਉਂਕਿ ਮੈਂ ਜਾਣਾ ਹੈ। ਜਦੋਂ ਦੁਨੀਆ ਉੱਤੇ ਨਾ ਦੋ ਪ੍ਰਕਾਰ ਦੇ ਅਵਤਾਰ ਹੈ, ਦੋ ਪ੍ਰਕਾਰ ਦੇ ਅਵਤਾਰ ਹੈ ਦੁਨੀਆ 'ਤੇ, ਦੋ ਤਰ੍ਹਾਂ ਦੇ। ਇੱਕ ਹੈ ਅਨਿਤ ਅਵਤਾਰ, ਇੱਕ ਹੈ ਨਿਤ ਅਵਤਾਰ। ਜਦੋਂ ਦੁਨੀਆ ਉੱਤੇ ਘੋਰ ਕਲਯੁਗ ਦਾ ਪਹਿਰਾ ਹੁੰਦਾ ਹੈ, ਦੁਨੀਆ ਉੱਤੇ ਜ਼ੁਲਮ ਹੁੰਦੇ ਹੈ, ਜ਼ਾਲਮ ਲੋਕ ਜ਼ੁਲਮ ਕਰਦੇ ਹੈ, ਜਦੋਂ ਔਲਾਦ ਜਿਹੜੀ ਹੈ ਰੋਂਦੀ ਹੈ, ਉਸ ਵੇਲੇ ਕੋਈ ਪੇਸ਼ ਨਹੀਂ ਜਾਂਦੀ, ਤਾਂ ਫਿਰ ਅਕਾਲ ਪੁਰਖ ਵਾਹਿਗੁਰੂ ਇੱਕ ਅਨਿਤ ਅਵਤਾਰ ਭੇਜਦਾ। ਉਹਨੂੰ ਆਪਾਂ ਗੁਰੂ ਰਵਿਦਾਸ ਮਹਾਰਾਜ ਜੀ ਕਹਿ ਸਕਦੇ, ਉਹਨਾਂ ਨੂੰ ਆਪਾਂ ਗੁਰੂ ਨਾਨਕ ਦੇਵ ਜੀ ਕਹਿ ਸਕਦੇ ਹਾਂ। ਅਤੇ ਫਿਰ ਉਹ ਆਉਂਦੇ ਆ, ਫਿਰ ਉਹਨਾਂ ਉੱਤੇ ਨਿਗਾਹ ਜਾਂਦੀ ਅਕਾਲ ਪੁਰਖ ਦੀ। ਜਿਵੇਂ ਅੱਜ ਕੱਲ੍ਹ ਹੇਮਕੁੰਟ ਦੀ ਯਾਤਰਾ ਬੜੀ ਆਪਣੇ ਬਹੁਤ ਜ਼ੋਰਾਂ ਵਿੱਚ ਚੱਲ ਰਹੀ ਹੈ। ਉਹਨਾਂ ਦਾ ਨਾਮ ਦੁਸ਼ਟ ਦਮਨ ਸੀ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਸ ਵੇਲੇ ਪਹਿਲਾ ਨਾਮ ਉਹਨਾਂ ਦਾ। ਅਤੇ ਹੇਮਕੁੰਟ ਦੇ ਤਪੱਸਿਆ ਕਰਦੇ ਸੀ, ਅਤੇ ਉਹਨਾਂ ਨੂੰ ਵੀ ਕਦੀ ਹੁਕਮ ਹੋਇਆ ਸੀ ਜ਼ੁਲਮ ਦਾ ਨਾਸ਼ ਕਰਨ ਵਾਸਤੇ ਤੁਸੀਂ ਦੁਨੀਆ 'ਤੇ ਜਾਣਾ ਹੈ। ਅਕਾਲ ਪੁਰਖ ਚੋਣ ਕਰਦਾ ਹੈ, ਉਦੋਂ ਬਾਅਦ ਜਦੋਂ ਆ ਜਾਂਦੇ ਆ ਜ਼ੁਲਮ ਦਾ ਨਾਸ਼ ਕਰਕੇ ਦੁਨੀਆ ਦੇ ਉੱਤੇ ਸੱਚ ਦਾ ਚਾਨਣ ਲਾ ਕੇ ਜਾਂਦੇ ਹੈ, ਤਾਂ ਉਹਦੀ ਸੰਭਾਲ ਕਰਨ ਵਾਸਤੇ ਨਾ ਫੁਲਵਾੜੀ ਦੀ, ਉਹਨੂੰ ਫਿਰ ਸ਼ਾਂਤੀ ਨੂੰ ਕਾਇਮ ਰੱਖਣ ਲਈ ਫਿਰ ਇੱਕ ਨਿਤ ਅਵਤਾਰ ਹੋ।
ਉਹਨਾਂ ਨੂੰ ਕਹਿੰਦੇ ਨਿਤ ਅਵਤਾਰ। ਨਿਤ ਅਵਤਾਰ ਸੰਤ ਚਮਨਦਾਸ ਜੀ ਮਹਾਰਾਜ, ਨਿਤ ਅਵਤਾਰ ਸੰਤ ਗੋਬਿੰਦਦਾਸ ਜੀ ਮਹਾਰਾਜ। ਤਾਂ ਫਿਰ ਰੱਬ ਦੀ ਨਿਗਾਹ ਜਿਹੜੀ ਹੈ ਨਾ, ਕਈ ਕਹਿੰਦੇ ਆ ਨਾ ਵੀ ਜਿਹੜੇ ਸੰਤ ਆ ਉਹ ਐਵੇਂ ਆ ਜਾਂਦੇ ਆ, ਸੰਤ ਐਵੇਂ ਨਹੀਂ ਆਉਂਦੇ, ਆਪਾਂ ਹੀ ਆਉਣੇ ਹੈਗੇ, ਆਪਾਂ ਨੂੰ ਜਨਮ ਮਿਲ ਜਾਂਦੇ ਆ। ਪਰ ਸੰਤ ਨੂੰ ਜਨਮ ਐਵੇਂ ਨਹੀਂ ਮਿਲਦਾ। ਸੰਤ ਨੂੰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਭੇਜਦਾ ਹੈ। ਉਹ ਤਾਂ ਭੇਜਦਾ ਕਿ ਜਿਹੜੀ ਮੈਂ ਅਨਿਤ ਅਵਤਾਰ ਭੇਜ ਕੇ ਸ਼ਾਂਤੀ ਕਾਇਮ ਕੀਤੀ ਹੈ ਦੁਨੀਆ ਤੇ ਧਰਤੀ ਤੇ, ਉਹਨੂੰ ਕਾਇਮ ਰੱਖਣ ਵਾਸਤੇ ਹੁਣ ਤੁਹਾਡੀ ਡਿਊਟੀ ਹੈ, ਤੁਸੀਂ ਜਾਣਾ ਹੈ ਔਰ ਜੀਵਾਂ ਨੂੰ ਅਕਾਲ ਪੁਰਖ ਦੇ ਲੜ ਲਾਉਣਾ। ਇਹਨੂੰ ਕਹਿੰਦੇ ਹੈ ਜਨਮ ਮਰਨ ਦੋਹੂ ਮੈਂ ਨਾਹੀ ਜਨ, ਪਰਉਪਕਾਰੀ ਆਏ। ਫਿਰ ਮਹਾਰਾਜ ਕਹਿੰਦੇ ਨੇ ਸੋਹੇ ਬੰਕ ਦੁਆਰ ਸਗਲਾ ਬਨਹਰਾ। ਬਹੁਤ ਵੱਡਾ ਵਿਸ਼ਾ ਹੈ ਇਹ ਜਨਮ ਦਾ। ਜੇ ਜਨਮ 'ਤੇ ਬੋਲਾਂਗੇ ਬੜਾ ਟਾਈਮ ਲੱਗੂਗਾ। ਮੈਂ ਤੁਹਾਡੇ ਕੋਲੋਂ ਖਿਮਾ ਮੰਗ ਲੈਣੀ ਹੈ। ਮੈਂ ਇੱਕੋ ਗੱਲ ਕਹਿਣੀ ਚਾਹੁੰਦਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਗੁਰੂ ਕਰ ਰੇ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮਾ ਨਾਰਦ ਵੇਦ ਵਿਆਸ। ਉਹਨਾਂ ਨੂੰ ਪੁੱਛੋ ਜਾ ਕੇ। ਜਿਹੜਾ ਗੁਰੂ ਕੀ ਸ਼ਰਨ ਵਿੱਚ ਰਹਿ ਕੇ ਜੀਵ ਗੁਰੂ ਕਾ ਸਿਮਰਨ ਕਰਦਾ, ਬੰਦਗੀ ਕਰਦਾ ਸ਼ਬਦ ਦੀ, ਤੇ ਅਕਾਲ ਪੁਰਖ ਉਹਦੇ ਸਿਰ ਤੇ ਸ਼ਰਧਾ ਚਲਾਉਂਦਾ। ਅੱਜ ਬਾਬਾ ਚਮਨਦਾਸ ਮਹਾਰਾਜ ਜਿਨ੍ਹਾਂ ਨੇ ਗੁਰੂ ਦੀ ਪਰੰਪਰਾ ਨੂੰ ਕਾਇਮ ਰੱਖਦਿਆਂ ਹੋਇਆ ਆਪਣੇ ਗੁਰੂ ਦੇ ਨਾਂ 'ਤੇ ਗੋਬਿੰਦ ਧਾਮ ਜਿਹੜਾ ਇੰਗਲੈਂਡ ਦੇ ਵਿੱਚ ਬਣਾਇਆ, ਆਪਣੇ ਗੁਰੂ ਦੇ ਨਾਂ 'ਤੇ, ਆਪਣੇ ਨਾਂ 'ਤੇ ਨਹੀਂ ਬਣਾਇਆ। ਅੱਜ ਕੱਲ੍ਹ ਬਹੁਤਿਆਂ ਨੂੰ ਇਹ ਹੁੰਦਾ ਚਾਹ ਵੀ ਮੇਰੇ ਨਾਂ 'ਤੇ ਡੇਰਾ ਚੱਲ ਜਾਏ, ਮੇਰੇ ਨਾਂ 'ਤੇ ਕੋਈ ਗੱਲ ਬਣ ਜਾਏ ਤਾਂ ਚੰਗੀ ਗੱਲ ਹੈ, ਗੁਰੂ ਭਾਵੇਂ ਪਿੱਛੇ ਰਹਿ ਜਾਏ। ਪਰ ਉਹਨਾਂ ਨੇ ਆਪਣੀ ਸਮਾਧੀ ਵੀ ਜਿਹੜੀ ਹੈ ਨਾ, ਉਹ ਵੀ ਇਹ ਹੁਕਮ ਲਾ ਕੇ ਗਏ ਸੀ ਵੀ ਬਾਬਾ ਗੋਬਿੰਦਦਾਸ ਦੇ ਅੱਗੇ ਨਹੀਂ ਬਣਾਉਣੀ, ਉਹ ਪਿੱਛੇ ਹੈ, ਪਿੱਛੇ ਬਣਾਉਣੀ। ਬਹੁਤ ਉੱਚੀ ਸੋਚ ਦੇ ਮਾਲਕ ਸੀ। ਇਸ ਵਾਸਤੇ ਗੁਰੂਆਂ ਕੋਲੋਂ ਹਮੇਸ਼ਾ ਵਾਸਤੇ ਕੀ ਮੰਗਣਾ ਚਾਹੀਦਾ ਹੈ? ਮੇਰੇ ਵਿੱਚ ਨਾ ਗੁਰੂ ਜੀ ਗੁਣ ਕੋਈ, ਔਗੁਣਾਂ ਦਾ ਮੈਂ ਭਰੇ। ਮੇਰੇ ਵਿੱਚ ਕੋਈ ਗੁਣ ਨਹੀਂ, ਹਮ ਔਗੁਣ ਭਰੇ, ਇਹ ਗੁਣ ਨਾਹੀ। ਅੰਮ੍ਰਿਤ ਛਾੜ ਵਿਖੇ ਬੇਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਧਾਰੇ ਸੋ ਪ੍ਰੀਤ ਲਗਾਈ। ਇੱਕ ਉਤਮ ਭਗਤ ਸੁਣਿਓ ਗੁਰ ਸੰਗ, ਤੈ ਮਲਾਂਤੀਆਂ ਤਰਾਸ ਮਟਾਈ। ਇੱਕ ਅਰਦਾਸ ਪਹਾੜ ਕੀਰਤ ਕੀ ਗੁਰ ਰਾਮਦਾਸ ਰਾਖੋ ਸੁਣਾਈ। ਮੈਂ ਹੁਣ ਅੱਗੇ ਨਾ ਜਾਵਾਂ, ਮੈਂ ਇੱਕ ਟੇਕ ਕਹਿ ਕੇ ਸਮਾਪਤੀ ਕਰ ਜਾਣੀ, ਕਿਉਂਕਿ ਸ਼੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕਰਕੇ ਆਇਆ। ਮੈਂ ਡੇਰੇ ਮੇਰੇ ਸਰਤਾਜ ਹੈ ਔਰ ਇਹਨਾਂ ਦਾ ਹੁਕਮ ਸਿਰ ਮੱਥੇ ਮੰਨਦਾ ਹੋਇਆ ਮੈਂ 10 ਮਿੰਟ ਵਾਸਤੇ ਹਾਜ਼ਰੀ ਭਰਨ ਆਇਆ ਸੀ। ਮੈਂ ਚੱਲਿਆ ਸੀ ਪਰ ਬਾਬਾ ਜੀ ਨੇ ਹੁਕਮ ਕੀਤਾ ਵੀ ਜਾਣਾ ਨਹੀਂ, ਵੀ ਤੁਸੀਂ ਬੈਠੋ 2 ਮਿੰਟ ਮਹਾਂਪੁਰਖਾਂ ਦੇ ਚਰਨਾਂ ਵਿੱਚ ਹਾਜ਼ਰੀ ਲਾ ਕੇ ਜਾਣਾ ਹੈ। ਮੈਂ ਤੁਹਾਨੂੰ ਇੱਕੋ ਗੱਲ ਕਹਿਣ ਲੱਗਾ, ਇਹ ਸਾਡਾ ਜਿਹੜਾ ਸਥਾਨ ਹੈ ਨਾ ਆਪਣਾ ਸਾਰਿਆਂ ਦਾ, ਬਾਬਾ ਗੋਬਿੰਦਦਾਸ ਮਹਾਰਾਜ ਦਾ, ਇਹ ਇੱਕ ਉਹ ਮਹਾਨ ਸਥਾਨ ਹੈ ਜਿੱਥੇ ਬੰਦਗੀ ਦੀ ਖੁਸ਼ਬੂ ਆਉਂਦੀ ਹੈ, ਜਿੱਥੇ ਬੰਦਗੀ ਦੀ ਮਹਿਕ ਆਉਂਦੀ ਹੈ। ਬੰਦਗੀ ਦੀ ਮਹਿਕ ਜਿੱਥੋਂ ਆਉਂਦੀ ਹੋਵੇ ਨਾ, ਜਿਹੜੀ ਕਸਤੂਰੀ ਹੈ ਉਹ ਜਦੋਂ ਸਾਹਮਣੇ ਆਉਂਦੀ ਹੈ ਤੇ ਜਿੱਥੇ ਵੀ ਉਹ ਕਸਤੂਰੀ ਪਈ ਹੋਵੇ ਉਹ ਸਾਰਾ ਹੀ ਵਾਤਾਵਰਣ ਜਿਹੜਾ ਨਾ ਮਹਿਕਾ ਦਿੰਦਾ। ਔਰ ਬਾਬਾ ਗੋਬਿੰਦਦਾਸ, ਬਾਬਾ ਚਮਨਦਾਸ ਜੀ ਸਾਰੇ ਇੱਥੇ ਮਹਿਕ ਛੱਡ ਕੇ ਗਏ। ਇਹ ਮਹਿਕ ਬਹੁਤ ਦੂਰ ਤੱਕ ਫੈਲੀ ਹੋ ਆ, ਇਹ ਪ੍ਰਦੇਸ਼ਾਂ ਵਿੱਚ ਫੈਲੀ ਹੋ ਆ। ਇਹ ਮਹਿਕ ਜਿਹੜੀ ਇਹਦਾ ਕੋਈ ਮੁੱਲ ਨਹੀਂ ਹੈ। ਮੇਰੇ ਵਿੱਚ ਨਾ ਗੁਰੂ ਜੀ ਗੁਣ ਕੋਈ, ਔਗੁਣਾਂ ਦਾ ਮੈਂ ਭਰਿਆ ਹੈ। ਮੇਰੇ ਮਾਲਕਾ ਮੈਂ ਤਾਂ ਔਗੁਣਾਂ ਦਾ ਭਰਿਆ ਆ। ਆਪ ਜੀ ਮਹਾਨ ਹੋ, ਸਮਰੱਥ ਹੋ, ਵੱਡੇ ਹੋ ਔਰ ਮਹਾਨ ਵੱਡੇ ਤੋਂ ਵੱਡੇ ਹੋ। ਸੋ ਆਓ ਪਿਆਰ ਦੇ ਨਾਲ ਇੱਕ ਟੇਕ ਕਹਿ ਕੇ ਸਮਾਪਤੀ ਕਰ ਜਾਈਏ। ਓ ਮੇਰੇ ਵਿੱਚ ਨਾ ਗੁਰੂ ਜੀ ਗੁਣ ਕੋਈ, ਔਗੁਣਾਂ ਦਾ ਮੈਂ ਭਰਿਆ। ਮੇਰੇ ਵਿੱਚ ਨਾ ਗੁਰੂ ਜੀ ਗੁਣ ਕੋਈ, ਔਗੁਣਾਂ ਦਾ ਮੈਂ ਭਰਿਆ। ਭਰਿਆ ਮੇਰੇ ਵਿੱਚ ਨਾ ਗੁਰੂ ਜੀ ਗੁਣ ਕੋਈ, ਔਗੁਣਾਂ ਦਾ ਮੈਂ ਭਰਿਆ। ਮੇਰੇ ਵਿੱਚ ਨਾ ਗੁਰੂ ਜੀ ਗੁਣ ਕੋਈ, ਔਗੁਣਾਂ ਦਾ ਮੈਂ ਭਰਿਆ। ਮੇਰੇ ਵਿੱਚ ਨਾ ਗੁਰੂ ਜੀ ਗੁਣ ਕੋਈ, ਔਗੁਣਾਂ ਦਾ ਮੈਂ ਭਰਿਆ। ਵਿੱਚ ਨਾ ਗੁਰੂ ਜੀ ਗੁਣ ਕੋਈ, ਔਗੁਣਾਂ ਦਾ
ਔਗਣਾ ਦਾ ਮੈਂ ਭਰਿਆ ਮੇਰੇ ਪਿਆਰੇ ਜੀ ਔਗਣਾ ਦਾ ਮੈਂ ਭਰਿਆ ਮੇਰੇ ਵਿੱਚ ਨਾ ਗੁਰੂ ਜੀ ਗੁਣ ਕੋਈ ਔਗਣਾ ਦਾ ਮੈਂ ਭਰਿਆ ਮੇਰੇ ਵਿੱਚ ਨਾ ਗੁਰੂ ਜੀ ਗੁਣ ਕੋਈ ਔਗਣਾ ਦਾ ਮੈਂ ਭਰਿਆ ਮੇਰੇ ਵਿੱਚ ਨਾ ਗੁਰੂ ਜੀ ਗੁਣ ਕੋਈ ਔਗਣਾ ਦਾ ਮੈਂ ਭਰਿਆ ਮੇਰੇ ਵਿੱਚ ਨਾ ਗੁਰੂ ਜੀ ਗੁਣ ਕੋਈ ਔਗਣਾ ਦਾ ਮੈਂ ਭਰਿਆ ਵਾਹਿਗੁਰੂ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗੁਣ ਹਮਾਰੇ ਦਇਆ ਕਰੋ ਕੁਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਇਹਨਾਂ ਸ਼ਬਦਾਂ ਨਾਲ ਮੈਂ ਬਾਬਾ ਚਮਨਦਾਸ ਮਹਾਰਾਜ ਜੀ ਨੂੰ, ਜਿਨ੍ਹਾਂ ਦਾ ਅੱਜ ਮਹਾਨ ਮੁਬਾਰਕ ਦਿਹਾੜਾ ਹੈ, ਜਨਮ ਦਿਨ ਹੈ, ਉਹਨਾਂ ਦੇ ਜਨਮ ਦਿਨ ਦੀ ਬਹੁਤ ਬਹੁਤ ਮਹਾਨ ਵਧਾਈ ਜਿਹੜੀ ਹੈ ਸੰਤ ਬਾਬਾ ਦੇਸ ਰਾਜ ਜੀ ਮਹਾਰਾਜ, ਡੇਰੇ ਦੀਆਂ ਸਾਰੀਆਂ ਸੰਗਤਾਂ ਅਤੇ ਸੰਤ ਮਹਾਂਪੁਰਸ਼, ਇਹ ਵਧਾਈ ਮੈਂ ਸਭ ਨੂੰ ਆਪਣੇ ਮਨੋਂ ਤਨੋਂ ਹੋ ਕੇ ਆਪਣੀ ਵਧਾਈ ਦਿੰਦਾ ਹਾਂ। ਅਕਾਲ ਪੁਰਖ ਮਹਾਰਾਜ ਕਿਰਪਾ ਕਰਨ, ਬਾਬਾ ਗੋਬਿੰਦ ਦਾਸ ਮਹਾਰਾਜ ਜੀ, ਸੰਤ ਚਮਨਦਾਸ ਜੀ ਮਹਾਰਾਜ ਐਸੇ ਸਾਧੂ ਸੰਸਾਰ 'ਤੇ ਆਉਂਦੇ ਰਹਿਣ ਅਤੇ ਇਹ ਜਿਹੜੀ ਆ ਸੰਸਾਰ 'ਤੇ ਠੰਡ ਵਰਤਦੀ ਰਹੇ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਜਿਹੜੇ ਆ ਜੀਵ ਭੇਜੇ ਹੋਏ ਉਹ ਸਾਰੇ ਲਾਹਾ ਲੈਂਦੇ ਰਹਿਣ, ਗੁਰੂ ਦੀਆਂ ਖੁਸ਼ੀਆਂ ਮਾਣਦੇ ਰਹਿਣ। ਸੋ ਬਾਬਾ ਚਮਨਦਾਸ ਮਹਾਰਾਜ ਦੇ ਮਹਾਨ ਇਸ ਪ੍ਰਕਾਸ਼ ਦਿਹਾੜੇ ਦੀ ਬਹੁਤ ਬਹੁਤ ਸਭ ਸੰਗਤਾਂ ਨੂੰ ਅਤੇ ਬਾਬਾ ਦੇਸ ਰਾਜ ਤਥਾ ਡੇਰੇ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਸੰਤ ਗੁਰਦੀਪ ਗਿਰੀ ਜੀ ਪਠਾਨਕੋਟ ਵਾਲੇ, ਮੈਂ ਉਹਨਾਂ ਨੂੰ ਬੇਨਤੀ ਕਰਦਾ, ਜਿਹੜੇ ਸ਼੍ਰੀ ਗੁਰਦਾਸ ਸਾਧੂ ਸੁਸਾਇਟੀ ਦੇ ਵਾਈਸ ਪ੍ਰਧਾਨ ਹਨ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ 15 ਮਿੰਟ ਲਈ ਸੰਗਤਾਂ ਦੇ ਨਾਲ ਸਨਮੁਖ ਹੋਣ। ਰਵਿਦਾਸ ਬਚਨਮ कोटि दोष विनाशिनम रविदास चरणम ध्यान धरणम कुल समूयोदारिणम हर सो हीरा साढ़ के करहे आन की आस तिनर दोजक जाहेंगे सत पाखे रवदास ऐसा चाहूँ राज में जहाँ मिले सबन को अन्न सोट बड़ो सब संबसै रवदास रहे प्रसन्न सोट बड़ो सब सम बसै रवदास रहे प्रसन्न। साहिब श्री गुरु ग्रंथ साहिब दी हजूरी विच जुड़ बैठी गुरु प्यारी साध संगत जीओ ते मंच दे विराजमान संत जन सबनों दास वल्लों जय गुरुदेव। अज असी सारियां ही संगतां बड़े एक महान दिन दे उपर इकत्तर होईयां हाँ, जो कि संत बाबा चमनदास जी का आगमन दिवस है। तो दास सब तो पहला सारियां ही गुरु प्यारियां संगतां नूं उन्हां दे आगमन दिवस की बहुत बहुत वधाई दिंदा। किसी ने बड़ा सुंदर लिखा है, जमदे ने सारे पर जमदा ए कोई कोई, मरदे ने सारे पर मरदा ए कोई कोई, भगत बनते हैं सारे सिरे चढ़दा ए कोई कोई, रब नूं लभदे ने सारे पर लभदा ए कोई कोई।
वैसे असी हर एक ने जन्म लिया है, पर जन्म लेना उन्हां दा मुबारक है जिन्हां ने अपने जन्म नूं किसी लेखे च ला लिया। नहीं तो आम असी देखिया ये जीवन जिंदगी जिहड़ी है एवें ही भोग के कई चले जाते हैं। सतगुरु रविदास महाराज जी ने एक दोहा कहा है, जीवन जोत कैसे जले कैसे होवे अनंत, रविदास मनुख ना जानत है जानिए भगवंत। जीवन जोत कैसे जली, जीवन दी जोत किस तरह जगेगी, कित्थे जगेगी, ये मालिक नूं पता है। ये पंजाब च जन्म लवेगा, हरियाणे च लवेगा, इहदा रंग सावला होवेगा, चिट्टा होवेगा, ये मालिक नूं पता है। कैसे होवे अंत, ते अंत दा टाइम कदों आना है ते कित्थे आना है, ये भी मालिक नूं पता। 7-8 साल की गल हो चली है। उदों सिंगर रोड हुंदा सी, भोगपुर तो अगे जम्मू तक। मैं जम्मू गया होया सी, वापस आ रहा सी। सांबा एक छोटा जिहा सिटी है, अजकल वो डिस्ट्रिक्ट बन गया, और वो विजयपुर वो अगला स्टॉप है। विजयपुर लागू साडी गड्डी नालों एमएसडेड कार हुंदी सी साडी, एक मरूती कार पठानकोट वाल नूं आई, जलंधर वाल नूं। उत्थे एक चिंतपूर्णी माता है, अपनी चीची माता है, उहदे ते बसंतर नदी दे विचकार जी करके वो मरूती कार सीधी ट्रक नाल टकराई। उसे वक्त उन्होंने अग लग गई। साडे देखदे देखदे 5 विच मैंबर सन दिल्ली दे, वैष्णो माता गए हुए, वापस आ रहे, मत्था टेक के दर्शन करके विचे जल के खत्म हो गए, विचे जल। जीवन जोत कैसे जली कैसे होवे अनंत, अंत किस तरह होना है ये भी मालिक नूं पता है। गुरु जी कहंदे ने कि है इंसान जन्म ते मौत ते मालिक दे हाथ है, लेकिन ये विचला जिहड़ा तेरा जीवन है ये तेरे हाथ है। तो जिंदगी किस तरह की जीनी है ये तेरे हाथ है। इनू गुण गनांदे हुए जीना है जां पुन पनांदे हुए जीना है, ये तेरे हाथ है। इस जीवन नू आनंदमय बनाना है, स्वर्ग बनाना है जां नरक बनाना है, ये तेरे हाथ है। इस जीवन दे विच तू सुखी राम बनना है जां दुखी राम बनना है, ये तेरे हाथ है। संत महापुरुष जेड़े ने सानू आनंदमय जिंदगी जीण दी कला सिखांदे ने, इसलिए दुनिया ते आउंदे ने। होर इन्हां दा दुनिया ते आउण दा कोई कारण नहीं हुंदा, ये केवल ते केवल साडे लई आउंदे ने। बदल अपने लई ना वरदे, नदियां अपना जल ना पीवन, बरिक से अपने फल नहीं खांदे, बस दूसरियां लई ही जीवन। इवें ही महापुरुष इस दुनिया ते आउंदे, पर हित पर सेवा दी खातर अनेकां ही कष्ट उठाउंदे। बदल अपने लिए नहीं वरदा, बदल पाक पवित्र हुंदा है। जो ही जमीन ते वरका पैंदी है उहदे च मिट्टी रल जाती है, गंदगी रल जाती है, पर बदल इस गल की परवाह नहीं करता। अनेकां एकड़ बनस्पति नूं हरियां भरियां बना के खुशी महसूस करता है। नदियां कई मीलों तो चलदियां चट्टानां दियां ठोकरां खांदियां मैदानी इलाके च आके लोकां दी प्यास बुझांदियां।
ਬਰਿਕਸ ਆਪਣੇ ਉੱਪਰ ਧੁੱਪ ਨੂੰ ਸਹਾਰਦਾ, ਚਖੜਾ ਨੂੰ ਸਹਾਰਦਾ, ਜਾਤਰੀ ਨੂੰ ਸਾਹ ਵੀ ਦਿੰਦਾ, ਫਲ ਵੀ ਦਿੰਦਾ। ਮਹਾਂਪੁਰਸ਼ ਵੀ ਇਸੇ ਲਈ ਦੁਨੀਆ ਤੇ ਆਏ, ਆਪਣੇ ਤੇ ਅਨੇਕਾਂ ਕਸ਼ਟ ਸਹਾਰ ਕੇ ਸਾਡਾ ਭਲਾ ਮੰਗਦੇ ਰਹੇ। ਉਸੇ ਕੜੀ 'ਚ ਸਤਿਗੁਰੂ ਰਵਿਦਾਸ ਜੀ ਆਉਂਦੇ ਹਨ, ਜਿਨ੍ਹਾਂ ਨੇ ਇੱਕ ਸਾਨੂੰ ਵਧੀਆ ਜ਼ਿੰਦਗੀ ਜੀਣ ਦੀ ਕਲਾ ਸਿਖਾਈ ਹੈ। ਉਹਨਾਂ ਨੇ ਆਪਣੀ ਬਾਣੀ 'ਚ ਕਿਹਾ, ਦੁਰਮਤ ਕਾ ਤਿਆਗਨ ਕਰੋ, ਲੇਹੋ ਗੁਰਮਤ ਖੋਜ, खोटन की संगत जो क्यों सिर पर उठाऊं बोझ। अगर आनंदमयी जिंदगी जीनी है तो अपनी खोटी मत दा त्याग कर, अपने चो काम क्रोध मोह लोभ अहंकार नू खत्म कर। है छोटे छोटे ना ने इन्हां दे, छोटे छोटे अहीं सोचने विकार ये बहुत वड्डा नुकसान कर जाते ने। मामूली क्रोध नू ही लै लीए, घरां दे घर बर्बाद कर दिंदा है। क्रोध आउंदा 1 ਜਾਂ 2 मिनट ਲਈ है, लेकिन बहुत वड्डी वड्डा नुकसान करके जांदा है। जिस तरह कोई तेज जांदी गड्डी टकरा जाती है, किते एक्सीडेंट तो 1-2 मिनट का ही हुंदा है, लेकिन बहुत वड्डा नुकसान हुंदा है। इसी तरह क्रोध 1-2 मिनट का ही हुंदा है, लेकिन बहुत वड्डा नुकसान कर जाता है। कोई माता बाजार गई, कोई बीबी घर आई, 2-3 थैले समान दे पसीना सुटिया होया, गर्मी बहुत है। जदों अंदर आंदी है अजे तो एक लड़का वड्डा उन्होंने बोलदा, मम्मा तू कल मना कीता सी ना, इहदे ते दीवारां ते काले दाग नहीं पाने, कुछ लिखना नहीं। छोटा फिर लिख रहा, वो लिख रहा, उन्हें वेख्या वाकया काला कोयला लिया होया, दीवार ते लिख रहा है। उन 2-4 चांटे लगा दिते, कुछ ज़्यादा ही वज गई बेचारे बच्चे ते, गर्मी चाही सी, आउंदियां बच्चे ने गर्मी चढ़ा दिते, तो उन्होंने बच्चे नूं हॉस्पिटल ले जाना पिया। डॉक्टरां ने पूछया की कारण होया, कहंदी मेरे कोल थप्पड़ वज गए। कहंदी ऐसा अन्याय, ऐसी तू माँ है। दुख तो उन्होंने भी सी, लेकिन उदों गुस्से ते कंट्रोल नहीं कर पाई। डॉक्टर बड़ी मेहनत की, 3-4 घंटे बाद होश आई। कह लगे इनू कुछ अपनी पतला पतला दलिया चाहे अपनी कोई खिचड़ी वगैरह लिया के दे। वो गई कुकर च रखी तो दूजे पासे सोचन लगी, वो बच्चा जेड़ा काली दीवार कर गया, सोचता रहेगा इहदे करके मैनू मार पई है, मैं उन्हों खत्म कर जानी, मटा जानी हाँ। वो अंदर गई, जदों पूंजन लगी अपने दुपट्टे नाल, तो उहदे ते बच्चे ने लिखिया सी आई लव यू मम। कहंदी है मैं इतनी क्रोधित हो गई, वो बच्चा मैनू प्यार जतला रहा है, नहीं मटाया। वापस आई, बच्चे कोल गई, खिचड़ी लैके बच्चे ने दोनों हत्थां नाल कन पकड़े, कहन लगा मम आई एम सॉरी। ऐसा कदे क्रोध नहीं, घरां दे घर बर्बाद करते क्रोध ने। गुरु जी कहंदे ने जेड़ा दिमाग है हमेशा ठंडा रखना है, जबान मिसरी दी तरह रखनी है। साडे पुराने बजुर्ग कहंदे सन, पैर गरम पेट नरम मत्था ठंडा, रोग नू मारो डंडा। पैर गरम जेड़ा सवेरे सैर सपट्टा करदा, पेट नरम जरूरत तो घट खाना, मत्था ठंडा कदे क्रोध विच नहीं आना। दुर्मत का त्यागन करो, लेहो गुरमत खोज। अपने चों अपगुणां नूं खत्म करना। सुरसरी सल्लल किरत बारनी रे, संत जन करत ने पानन। नशे जितने मर्जी वधिया क्यों ना होन, कदे सेवन नहीं करना। ते तीजा उपदेश दिता उन्होंने, और एक मांगियो भगवंता मनी जनी लिखायो,
असंत पापी सन। जिंदगी दे थोड़े पल कढ़ के सिमरन जरूर करना, भगती जरूर करना। सवेरे सवेरे जितने असी हाँ जानते हाँ, उठद्या पहला सब तो की काम करते हैं, अजकल मोबाइल नूं चार्ज ते ला देंगे। मेरी बेनती है, मोबाइल चार्ज करन तो पहला अपने आप नूं चार्ज करिया करो। गुरु जी ने सानू अपने आप नूं चार्ज करन दा तरीका समझाया। उन्होंने कहा चित सिमरन करो, नैन अवलोकनो, सरवन बाणी सपूर राखियो, मन कर मधु कर करियो, चरण हिरदे तरियो, रसन अमृत राम नाम पाकियो। सवेरे उठदे सार अपने एकांत च बैठ करके चित्त दे विच सतगुर दा दिता होया शब्द चिंतन करना शुरू कर देवो। नैने अवलोकनो, इन्हां नैना दे नाल अंतर ही अंतर देखना शुरू करो। सरवन नाल कन्ना दे नाल अंदरों शब्द दी धुनी नूं सुनना शुरू करो। आप दा मिलाप उस प्रभु दे नाल हो जाएगा। जदों साडा उहदे नाल कनैक्शन जुड़ जाएगा ना, तो प्रभु दे घर चों आ रही ऊर्जा साढ़े अंदर प्रवेश करना शुरू कर देवेगी। असी पावरफुल हुंदे जावांगे, ते जदों असी पावरफुल हो जावांगे ते साडी आत्मा फिर कह उठदी है, बेगमपुरा शहर को नाओ, दुख आंधो नहीं तै ठाओ, नात सभीस खिराज ना माल, खौफ ना खता ना तरस जवाल। ओ मैं उस बेगमपुरे नू पाले है जिथे कोई भी गम नहीं है, दुख उथे कोई दुख नहीं है, अंधो उथे कोई चिंता नहीं है, तसबीस उथे घबराहट नहीं है, खौफ उथे कोई डर नहीं है, खता हुण मैं कोई पाप नहीं करांगी, मेरा जीवन च हुण आनंद ही आनंद है। अब मोहे खूब वतन गह पाई, ऊहा खैर सदा मेरे पाई। हुण मेरे जीवन च आनंद ही आनंद है, सुख ही सुख है। इस अवस्था नूं असी सारे पा सकते हाँ, असी सारे सुखी राम हो सकते हाँ, असी सारे ही अपने जीवन नूं स्वर्गां च बदल सकते हाँ, जेकर असी गुरु जी दे उपदेशां ते चल पवांगे। पर जेकर असी उन्हां दी उपदेशां नूं नहीं मनदे, तो दुखी दुहागन दोए पखहीनी, जिन्हां निरंतर भगती ना कीनी। जिहड़े भगती नहीं करते, हर सो हीरा साड़क है, करे आन की आस, तीनर दोजक जाहेंगे, सत पाखे रविदास। सतगुरु जी कहते ने, मैं सच्ची गल दस देवां तुहानूं, अगर तुसी मेरे उपदेशां नूं छड्ड के करे आन की आस नशियां च मन नूं लगाओगे, दुरमत खोटी मत च मन नूं लगाओगे, तो वाडे जीवन नूं नरक बन तो कोई नहीं रोक पाएगा। अगर नशियां च लग गए तो अज भी तुहाडा जीवन नरक है, अज नहीं ते कल जीवन नरक है। तुहानूं नरकां तो कोई बचा नहीं सकदा। पर जेकर तुसी मेरी बाणी ते चल पवोगे, फिर तुहानूं स्वर्गां तो कोई रोक नहीं सकदा। आओ गुरु प्यारी सत संगत जी, ये जिंदगी जीना साडे अपने हाथ है। बड़ी हैरानी दी गल है, आम कंपनियां ਜਿਹੜੀਆਂ ਡਾਇਰੀਆਂ ਬਣਾਉਂਦੀਆਂ ਉਹ 365 ਪੰਨੇ ਦੀ ਹੈ, ਪਰ ਸਤਿਗੁਰੂ ਰਵਿਦਾਸ ਜੀ ਕਹਿੰਦੇ ਤੇਰੇ ਜੀਵਨ ਦੀ ਡਾਇਰੀ ਕੇਵਲ 3 ਪੰਨੇ ਦੀ ਹੈ। ਮਜ਼ੇ ਦੀ ਗੱਲ ਹੈ, ਪਹਿਲਾ ਪੰਨਾ ਵੀ ਮਾਲਕ ਨੇ ਲਿਖ ਦਿੱਤਾ ਤੇ ਆਖਰੀ ਪੰਨਾ ਵੀ मालिक ने लिख दिता। हुण जीवन वाला पन्ना तेरे हाथ दिता है, तू सोच लै अपने जीवन नूं नरक लिखना है जां स्वर्ग लिखना है, अपने जीवन नूं सुखी राम लिखना है जां दुखी राम लिखना है। ये साडे हाथ है। ते संतां महापुरुषां ने सानू एक आनंदमई जिंदगी जीण दी कला सिखाई है।
आओ अपने जीवन ਨੂੰ स्वर्ग बनाइए। असी सुखी राम बनना, दुखी राम नहीं बनना। यही संत बाबा चमनदास जी के जन्मदिन की आगमन दिवस की सच्ची वधाई है। जेकर असी अपने जीवन ਨੂੰ स्वर्ग बना लिया। सारिया संगतां दास वल्लों जय गुरुदेव, धन गुरुदेव। 108 संत देसराज जी महाराज जी, जो 108 संत बाबा गोबिंदास जी महाराज जी के तप स्थान के गद्दी नशीन ਹਨ, ਉਹਨਾਂ ਨੂੰ मैं बेनती करदा कि आईਆਂ संगतां ਦਾ ਧੰਨਵਾਦ भी ਕਰਨਗੇ, जिन्नी सेवादारों ने सेवा की उन्होंने भी धन्यवाद करनगे, आए हुए महापुरुषों का भी धन्यवाद करनगे। तो हुण मैं बेनती करदा 108 संत बाबा देसराज जी गद्दी नशीन संत बाबा गोबिंदास जी फगवाड़ा। जुग जुग टल चौर छत दे मालिक, कलयुग के बहुत नाम के जहाज शब्द अवतार। धन धन साहब श्री गुरु ग्रंथ साहब महाराज की पावन हजूरी विच बैठी प्यारी साध संग जी, असी अपनी जिंदगियां दीयां घड़ियां नूं सफला करन वास्ते महाराज के सन्मुख बैठ करके हाजरियां लगवाउण वास्ते एकत्र होए हाँ कि हे अकाल पुरख वाहिगुरू साडे ते सदा ही मेहर दी निगाह रखनी अते सुखां दीयां दातां बख्शिश करनियां। ते प्यारी साध संगत जी, मिलता किन्हां नूं है, बाणी कहती मन विच सतगुर के पात ते सेवक के कारज रस। जिहड़ा मन तन एकागर करके बैठदा है, हाजरी लगवाउंदा है, वो इत्थों प्यारी साध संगत जी लाहा खट के जांदा है। बिन भागां सत्संग न लभे, मिल संगत मैल भरीजे जी। भागां तो वेले सत्संग प्राप्त नहीं हुंदी। ते प्यार से जे असी आ गए तो असी एकाग्रता रख के उस वाणी नूं हिरदे दे विच वसाईए, चित्त करके उन्होंने चेते करिए। तो संत बाबा चमनदास महाराज दे असी अज आगमन दिवस नूं मुख रखते हुए एकत्र होए हाँ, क्योंकि सतगुरु दास महाराज अपनी वाणी के अंदर फरमान करते हैं, जह कल साध वैष्णु होए, वर्ण अवर्ण रंक नहीं ईश्वर बिमल वास जानिए जग सोई। जह कुल साध वैष्णु होई, जिस कुल दे विच वो प्रभु परमात्मा का सिमरन करन वाला भगत पैदा हो जाता है, चाहे वो उच्ची जात है, चाहे नीवीं जात है, चाहे वो गरीब है, चाहे वो अमीर है, तो चाहे वो धनाड़ है। प्यारी साध संग जी, ते उस इंसान की संसार के अंदर प्यारी साध संग जी निर्बल सुगंधी आ, वो सारे पैसे फैल जाती है, भाव कि वो जय जयकार होने लग पैंदी है। तो इस करके प्यारी साध संगत जी, महापुरुष संसार के अंदर आते हैं। आप जी ने सब तो पहला संत निर्मल संघ जी तो सरवण किया, बाबा जी तो संत बाबा गुरदीप महाराज जी गिरी तो उन्होंने तो सरवण किया, होर महापुरुषों तो सरवण किया। जीवन का मनोरथ की है, सानू की करना चाहिए, आप जी ने सरवण किया। तो जिहड़ा प्यारी साध संग जी परमात्मा का भगत हुंदा है, वो किसी वर्ण दे विच वज्जा नहीं हुंदा। उन्हां दी शरण दे विच जिहड़ा मर्जी आ जाए, शरधा दे नाल प्रेम नाल प्यार से वो झोलियां भर के जांदा है। इस करके असी बाद विच प्यारी साध संग उन्हां नूं जातां पातां दे विच वरनां दे विच प्यारी साध संग बाद बंदे बन दिंदी है। सतगुरु दास महाराज जी प्यारी साध संग जी, उन्होंने जीवन में उन्होंने किन्ने राजे सेवक बने, तो उन्होंने ये नहीं कि असी उपदेश नहीं देना, नहीं, उन्होंने उपदेश दिता, क्योंकि सत्य के नाल जोड़ते, मानवता को सत्य के नाल जोड़ते। इस करके प्यारी साध संग जी, जिहड़ी मर्जी कुल दे विच प्रभु का प्यारा भगत पैदा हो जाए,
ਉਹਨਾਂ ਨੇ ਸੰਸਾਰ ਨੂੰ ਤਾਰਨਾ, ਸੰਸਾਰ ਨੂੰ ਨਾਮ ਦੇ ਨਾਲ ਜੋੜਨਾ ਪਿਆਰੀ ਸਾਧ ਸੰਗਤ ਜੀ। ਇਸ ਕਰਕੇ ਮਹਾਰਾਜ ਕਹਿੰਦੇ ਬ੍ਰਾਹਮਣ ਵੈਸ ਸੂਰ ਔਰ ਖੱਤਰੀ ਡੂਮ ਚੰਡਾਲ ਮਲੇਸ਼ ਮਨ ਸੋਏ ਹੋਏ ਪਨੀਤ ਭਗਤ ਹੋਏ ਪਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਈ। ਤੇ ਪਿਆਰੀ ਸਾਧ ਸੰਗਤ ਜੀ, ਕਿਸੇ ਵੀ ਜਾਤ ਦੇ ਵਿੱਚ ਹੋਵੇ, ਬ੍ਰਾਹਮਣਾਂ ਵਿੱਚ, ਵੈਸਾਂ ਵਿੱਚ, ਸੂਦਰ ਵਿੱਚ ਡੋਮ ਕਹਿੰਦੇ ਕਿਸੇ ਦਾ ਹੱਕ ਖਾਣਾ, ਉਹ ਕਿਸੇ ਜਾਤ ਵਿੱਚੋਂ ਵੀ ਹੋ ਸਕਦਾ। ਚੰਡਾਲ ਜਿਹੜਾ ਨਿਰਦਈ ਹੁੰਦਾ, ਪਿਆਰੀ ਸੋਚਦਾ ਨਹੀਂ, ਸਮਝਦਾ ਨਹੀਂ, ਹੱਤਿਆ ਕਰਦੇ ਨੇ, ਕਹਿੰਦੇ ਉਹਨਾਂ ਵਿੱਚ ਵੀ ਭਾਵੇਂ ਪੈਦਾ ਹੋ ਜਾਵੇ, ਜੇ ਉਹ ਪ੍ਰਮਾਤਮਾ ਦੇ ਚਰਨ ਦੇ ਨਾਲ ਜੁੜ ਗਿਆ ਹੋਏ ਪੁਨੀਤ ਭਗਵੰਤ ਭਜਨ ਤੇ, ਕਹਿੰਦੇ ਪ੍ਰਮਾਤਮਾ ਦਾ ਸਿਮਰਨ ਕਰਕੇ ਕਹਿੰਦੇ ਪਵਿੱਤਰ ਹੋ ਗਈ ਆਤਮਾ। ਆਪ ਤਾਰ ਤਾਰੇ ਕੁਲ ਦੋਈ, ਕਹਿੰਦੇ ਉਹ ਆਪ ਤਾਂ ਸੰਸਾਰ ਦੇ ਅੰਦਰ ਤਰ ਜਾਂਦਾ, ਭਵ ਸਾਗਰ ਤੋਂ ਪਿਆਰੀ ਸਭ ਪਾਰ ਲੰਘ ਜਾਂਦਾ, ਤੇ ਜਿਹੜੀ ਆਪਣੀ ਪਿਆਰੀ ਸਾਧ ਸੰਗਤ ਜੋ ਕੁੱਲਾ ਹਨ, ਨਾਨਕਿਆਂ ਦੀ ਤੇ ਪਿਆਰੇ ਦਾਦਿਆਂ ਦੀ ਪਿਆਰੀ, ਉਹ ਦੋਨਾਂ ਨੂੰ ਤਾਰ ਦਿੰਦਾ। ਤੇ ਫਿਰ ਕਹਿੰਦੇ ਪਿਆਰੀ ਸਾਧ ਸੰਗਤ ਜੀ, ਛੋਟ ਕਰਕੇ ਸਾਰਾ ਪਿਆਰ ਇਹਦੀ ਜਿਹੜੀ ਕਥਾ ਸਮਾਪਤ ਕਰ ਦੇਣੀ ਆ। ਤੇ ਕਹਿੰਦੇ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ, ਕਹਿੰਦੇ ਜਿਹੜਾ ਪ੍ਰਭੂ ਦਾ ਪਿਆਰਾ ਹੈ ਨਾ, ਉਹਦੇ ਬਰਾਬਰ ਹੋਰ ਕੋਈ ਨਹੀਂ ਹੋ ਸਕਦਾ। ਉਹਦੇ ਬਰਾਬਰ ਪਿਆਰੀ ਸਾਹਿਬ ਮਹਾਰਾਜ ਕਹਿੰਦੇ ਹੋਰ ਕੋਈ ਨਹੀਂ ਹੋ ਸਕਦਾ। ਚਾਹੇ ਪੰਡਿਤ ਹੈ, ਵਿਦਵਾਨ ਹੈ, ਪਿਆਰੀ ਸਾਧ ਸੰਗਤ ਜੀ, ਉਹ ਭਗਤ ਦੇ ਬਰਾਬਰ ਨਹੀਂ ਹੋ ਸਕਦਾ। ਅਬ ਵਿਪਰ ਪ੍ਰਧਾਨ ਤਹ ਕਰੇ ਡੰਡੋ ਤੇਰੇ ਨਾਏ ਸਰਨਾਏ ਰਵਿਦਾਸ ਦਾਸਾ। ਜਿਹੜਾ ਕਾਂਚੀ ਦਾ ਪਿਆਰੀ ਸਾਧ ਸੰਗਤ ਜੀ ਸਭ ਤੋਂ ਉੱਚਾ ਵਿਦਵਾਨ ਹੈ, ਵੱਡਾ ਵਿਦਵਾਨ ਹੈ, ਉਹ ਵੀ ਮਾਰੋ ਨਮਸਕਾਰ ਕਰਦਾ, ਡਾਊਟ ਕਰਦਾ ਅੱਗੇ ਪਿਆਰੀ ਸਾਧ ਸੰਗਤ। ਸੂਰਮਾ ਵੀ ਬਰਾਬਰ ਨਹੀਂ ਹੋ ਸਕਦਾ, ਛਤਰਪਤੀ ਰਾਜਾ। ਤੇ ਪਿਆਰੀ ਜਿਹੜੇ ਰੱਬ ਦੇ ਭਗਤ ਹੋਏ ਹਨ, ਪ੍ਰਮਾਤਮਾ ਦੇ ਪਿਆਰੀ ਸਾਧ ਸੰਗਤ ਜੀ, ਰਾਜੇ ਮਹਾਰਾਜੇ ਚੱਲ ਕੇ ਉਹਨਾਂ ਦੇ ਚਰਨਾਂ ਵਿੱਚ ਪਿਆਰੀ ਸੇ ਪਹੁੰਚ ਗਏ। ਕਿਉਂ? ਕਿ ਉਹਨਾਂ ਤੋਂ ਦਾਤਾ ਪ੍ਰਾਪਤ ਕਰਨ ਵਾਸਤੇ। ਇਸ ਕਰਕੇ ਪਿਆਰੀ ਸਾਹਿਬ ਭਗਤ ਦੇ ਬਰਾਬਰ ਹੋਰ ਕੋਈ ਨਹੀਂ ਹੋ ਸਕਦਾ। ਇਸ ਕਰਕੇ ਜਿਹੜਾ ਭਗਤ ਹੈ ਪਿਆਰੀ ਸਾਧ ਸੰਗਤ, ਉਹਦਾ ਜਿਹੜਾ ਦਰਜਾ ਬੜਾ ਉੱਚਾ ਹੈ। ਮਹਾਂਪੁਰਸ਼ਾਂ ਨੇ ਪਿਆਰੀ ਸਾਧ ਸੰਗਤ ਜੀ ਲੋਕਾਂ ਨੂੰ ਨਾਮ ਦੇ ਨਾਲ ਜੋੜਿਆ ਤੇ ਉਪਦੇਸ਼ ਕੀਤਾ, ਭਾਈ ਦਸਾਂ ਨਾਮ ਦੀ ਕਿਰਤ ਕਰੋ ਤੇ ਸਿਮਰਨ ਕਰੋ। ਦੁਲੱਭ ਜਨਮ ਪੁੰਨ ਫਲ ਪਾਇਓ, ਵਿਰਥਾ ਜਾਤ ਅਬ ਵੇਖੇ। ਇਹ ਬੜੇ ਪਿਆਰੇ ਸੇ ਪੁੰਨ ਕਰਕੇ, ਚੰਗੇ ਕਰਮ ਕਰਕੇ ਮਿਲਿਆ ਹੈ, ਇਹਨੂੰ ਅਜਾਏ ਨਹੀਂ ਗਵਾਉਣ ਦੇਣਾ ਚਾਹੀਦਾ, ਸਿਮਰਨ ਕਰਨਾ ਚਾਹੀਦਾ। ਤੇ ਪਿਆਰੀ ਸਾਧ ਸੰਗਤ ਜੀ, ਸਮੂਹ ਸੰਗਤਾਂ ਦਾ, ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਸੰਗਤਾਂ ਨੂੰ ਦਰਸ਼ਨ ਦਿੱਤੇ। ਔਰ ਸੰਗਤਾਂ ਨੇ ਜਿਨ੍ਹਾਂ ਨੇ ਅਖੰਡ ਜਾਪ ਕਰਾਏ ਪਿਆਰੇ ਸਾਧ ਸੰਗਤ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸੰਗਤਾਂ ਦਾ ਜਿਨ੍ਹਾਂ ਨੇ ਸੇਵਾ ਕੀਤੀ, ਪਿਆਰੀ ਸੇਵਾ ਕਰ ਰਹੀਆਂ ਹਨ। ਤੇ ਪਿਆਰੀ ਸਾਧ ਸੰਗਤ, ਸੇਵਾ ਤੇ ਸਿਮਰਨ ਸਭ ਤੋਂ ਉੱਚਾ ਹੈ, ਇਹਦੇ ਨਾਲ ਜੀਵਨ ਵਧੀਆ ਬਣਦਾ। ਤੇ ਇਸ ਕਰਕੇ ਬਾਣੀ ਕਹਿੰਦੀ ਹੈ, ਆਦਿ ਗੁਰੇ ਨਵੇਂ ਜੁਗਾਦ ਗੁਰੇ ਨਵੇਂ, ਸਤਿਗੁਰੇ ਨਵੇਂ ਸ੍ਰੀ ਗੁਰਦੇਵੇ ਨਵੇਂ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਗੁਰ ਨਵੇਂ ਜੁਗਾਦ ਗੁਰ ਨਵੇਂ, ਆਦਿ ਗੁਰ ਨਵੇਂ ਜੁਗਾਦ ਗੁਰ ਨਵੇਂ, ਸਤਿਗੁਰ ਨਵੇਂ ਸ੍ਰੀ ਗੁਰਦੇਵ ਨਮੈ।
गुर नमै जुगाद गुर नमै सतगुर नमै श्री गुरुदेव नमै आदि गुर नमै जुगाद गुर नमै आदि गुर नमै जुगाद गुर नमै सिमरो सिमर सिमर सुख पावो कल कलेश तन माहि मिटावो सिमरो सिमर सिमर सुख पावो कल कलेश तन माहि मिटावो सिमरो जास बुसंबर एक नाम जपते अगणित अनेक रोजास बुसंबर एक नाम जपतिया गणित अनेक नाम जपतिया गणित अनेक आदि गुरु नमै जुगाद गुरु नमै आदि गुरु नमै जुगाद गुर नमै वेद पुराण सिमरित सुदाकर कीने राम नाम एक आखिर वेद पुराण सिमरित सुदाकर कीने राम नाम एक आखिर किन का एक जिस जी बसावे ताकि महिमा गणी न आवे किन का एक जिस जी बसावे ताकि महिमा गणी न आवे ताकि महिमा गणी न आवे आदि गुरु नमै जुगाद गुरु नमै आदि गुरु नमै जुगाद गुरु नमै सतगुरु नमै श्री गुरुदेव नमै आदि गुरु नमै जुगाद गुरु नमै आदि गुरु नमै जुगाद गुरु नमै कां
कांखिए के दर्श तुहारो नानक उन संग मोहे उतारो। कांखिए के दर्श तुहारो नानक उन संग मोहे उतारो। सुखमणि सुखी अमृत प्रभु नाम पग जना के मन विश्राम। सुखमणि सुखी अमृत प्रभु नाम पग जना के मन विश्राम। पग जना के मन विश्राम। आदि गुरु नमः जुगादि गुरु नमः। आदि गुरु नमः जुगादि गुरु नमः। सतगुरु नमः श्री गुरुदेव नमः। सतगुरु नमः श्री गुरुदेव नमः। आदि गुरु नमः जुगादि गुरु नमः। आदि गुरु नमः जुगादि गुरु नमः। आदि गुरु नमः जुगादि गुरु नमः। सतगुरु नमः श्री गुरुदेव नमः। सिमरो सिमर सिमर सुख पावो काल कलेश तन माहे मिटावो। सिमरो जास बसंबर के नाम जपत अगणत अनेके। वेद पुराण समूह सुधाकर कीने राम नाम एक आखर किन का एक जिस जीव सावै ताकि महिमा गणी न आवे। कांखी के दस तुहारो नानक उन संग मोहे उधारो। सुखमणि सुख अमृत प्रभ नाम भग जना के मन विश्राम। ते प्यारी साध संग जी बाणी दे नाल जुड़ो सिमन करो ते तदे साडा प्यारी साध जीवन सफल होना। महापुरुष सानू ये उपदेश करके गए ने ते जड़ियां बुराइयां हैं प्यारी साध उन्हां दा त्याग करके अच्छाइयां नूं ग्रहण करो उन्हां दा मल पाना। नानक सुती पाइए जान विरते पाइए जान विरते सन गुणा गवाई गंठड़ी अब गुण चली बन। ते प्यारी साध संग जी बुराइयां का त्याग करके अच्छाइयां नूं ग्रहण करो। यही महापुरुष आप नूं सत्संग दे विच प्यारी साध संग जी उपदेश दिंदे हन। ते समूह संगतां दा बहुत बहुत धन्यवाद। महापुरुषों का विचारा करदे अनेका प्रकार दीयां भुलां चुक्का गलती हो जांदियां संगत बख्शण योग है। जिन्हां महापुरुषों नूं प्यारी साध संग जी असीं समा नहीं दे सके खेमां दे जाचक हैं तो प्यारी साध संग जी इत्थे अपन प्रोग्राम दी सब अज दे जो प्रोग्राम की समाप्ति है करो रसना चारण करो। सतनाम श्री वाहिगुरू। वाहिगुरू जी का खालसा वाहिगुरू जी की फतेह। बोले सो नरपै सतगुरु रविदास महाराज की जय। बोले सो नरपै संत बाबा गोविंद दास महाराज की। बोले सो नरपै संत बाबा चमन दास महाराज। बोले सो निहाल सत श्री अकाल।